सुन शब्द विचारा। ਵੀਕਲੀ ਲੜੀਵਾਰ ਸ਼ੋ ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਮੈਂ ਹਾਂ ਸੁਖਮਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਗਿਆਨ ਦਾ ਨਗਾਰਾ ਸ਼ੋ ਦਾ 10ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਜੇ ਕੋਈ ਤੁਹਾਡੇ ਵਿੱਚੋਂ ਸਾਡੇ ਪਿਛਲੇ 9 ਐਪੀਸੋਡ ਨਹੀਂ ਦੇਖ ਸਕੇ ਤਾਂ ਉਹ ਸਾਡੇ YouTube ਚੈਨਲ ਗੁਰਗਿਆਨ TV ਤੇ ਜਾ ਕੇ ਪਲੇਲਿਸਟ ਗੁਰਗਿਆਨ ਦਾ ਨਗਾਰਾ ਵਿੱਚੋਂ ਦੇਖ ਸਕਦੇ ਹਨ। YouTube ਤੇ ਲਿਖੇ ਤੁਹਾਡੇ ਕਮੈਂਟ ਸਾਡੇ ਲਈ ਅਸੀਸਾਂ ਹਨ। YouTube ਤੇ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਜੀ ਅਤੇ ਸਾਡੇ YouTube ਚੈਨਲ ਗੁਰਗਿਆਨ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਉਹਨਾਂ ਲਈ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਤੁਸੀਂ ਸਾਡੇ YouTube ਚੈਨਲ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਵੀ ਕਰ ਸਕਦੇ ਹੋ। ਹਰੇਕ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਸਾਡੇ ਇਸ ਸ਼ੋਅ ਗੁਰਗਿਆਨ ਦਾ ਨਗਾਰਾ ਦੇਖਣ ਵਾਲਿਆਂ ਦੀ ਗਿਣਤੀ ਹਰ ਹਫ਼ਤੇ ਵੱਧ ਰਹੀ ਹੈ। ਇਸ ਨਾਲ ਸਾਡਾ ਉਤਸ਼ਾਹ ਵੀ ਦੁੱਗਣਾ ਹੋ ਰਿਹਾ ਹੈ। ਤੁਸੀਂ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੋਸਤਾਂ ਨੂੰ ਇਹ ਸ਼ੋਅ ਦੇਖਣ ਲਈ ਜ਼ਰੂਰ ਮੋਟੀਵੇਟ ਕਰਦੇ ਰਹਿਣਾ। ਅੱਜ ਆਪਾਂ ਮਹੀਨੇ ਦਾ ਪਹਿਲਾ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਆਓ ਅੱਜ ਆਪਾਂ ਗਿਆਨੀ ਰਾਮ ਸਿੰਘ ਚਾਲਾ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀਮਤੀ ਵਿਚਾਰ ਸੁਣਦੇ ਹਾਂ ਜੀ। ਦਿਲ ਦੀਆਂ ਗਹਿਰਾਈਆਂ 'ਚੋਂ ਗੁਰਗਿਆਨ ਦਾ ਨਗਾਰਾ ਸ਼ੋਅ ਦੇ ਸਮੂਹ ਦਰਸ਼ਕਾਂ ਦਾ, ਸਾਡੇ ਸਮੂਹ ਸਪਾਂਸਰਸ ਦਾ ਅਤੇ ਬੇਟੀ ਸੁਖਮਨ ਕੌਰ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਹੀਨੇ ਦਾ ਪਹਿਲਾ ਹਫ਼ਤਾ, ਅਰਦਾਸ ਦੀ ਬੜੀ ਪਿਆਰੀ ਪੰਕਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਖਜ਼ਾਨਾ ਹੈ ਸੱਚੀ ਬਾਕਮਾਲ ਹੈ। ਉਹ ਖਜ਼ਾਨਾ ਸਾਡੇ ਤੱਕ ਪਹੁੰਚੇ, ਇੱਕ ਤਾਂ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਬਿਰਤੀ ਅੰਦਰ ਪੈਦਾ ਕਰਨੀ ਪਵੇਗੀ। ਅਸੀਂ ਗੁਰੂ ਪਿਤਾ ਜੀ ਕੋਲ ਜਾਂਦੇ ਹਾਂ ਸਿੱਖਣ ਵਾਸਤੇ। ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਇਹਦੇ ਵਾਰਸ ਬਣਾਂਗੇ, ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਦੇ ਵਿੱਚ 2 ਇੰਡੈਕਸਿਸ ਨੇ। ਇੰਡੈਕਸ ਨੂੰ ਪੰਜਾਬੀ ਵਿੱਚ ਆਪਾਂ ਤਤਕਰਾ ਕਹਿੰਦੇ ਹਾਂ। ਇੱਕ ਹੈ ਤਤਕਰਾ ਰਾਗਾਂ ਕਾ, ਇੱਕ ਹੈ ਤਤਕਰਾ ਸ਼ਬਦਾਂ ਕਾ। 2 ਇੰਡੈਕਸ ਤੋਂ ਬਾਅਦ ਫਿਰ ਮੂਲ ਮੰਤਰ ਹੈ। ਜਿੰਨੀ ਗੁਰਬਾਣੀ ਹੈ ਉਹ ਕਾਵਿ ਰਚਨਾ ਵਿੱਚ ਹੈ ਅਤੇ ਕਾਵਿ ਰਚਨਾ ਵਿੱਚ ਇੱਕ ਨਿਯਮ ਹੈ ਕਿ ਜਿੰਨੀ ਲੈਂਥ ਪਹਿਲੀ ਪੰਕਤੀ ਦੀ ਹੁੰਦੀ ਹੈ, ਅਗਲੀ ਪੰਕਤੀ ਦੀ ਲੈਂਥ ਵੀ ਉਨੀ ਹੁੰਦੀ ਹੈ, ਉਹਦੀ ਲੰਬਾਈ ਉਨੀ ਹੁੰਦੀ ਹੈ। ਦੂਸਰਾ, ਜੋ ਪਹਿਲੀ ਪੰਕਤੀ ਦੀ ਲਾਸਟ ਆਵਾਜ਼ ਹੈ, ਅਖੀਰਲੀ ਆਵਾਜ਼ ਹੈ, ਲਾਸਟ ਸਾਊਂਡ ਹੈ, ਅਗਲੀ ਪੰਕਤੀ ਦੀ ਵੀ ਉਹੀ ਆਵਾਜ਼ ਹੋਏਗੀ। ਜਿਵੇਂ ਆਦਿ ਸੱਚ ਜੁਗਾਦ ਸੱਚ 'ਚ ਆਵਾਜ਼ ਆਉਂਦੀ ਹੈ, ਅੱਗੇ ਆਏਗਾ ਹੈਪੀ ਸੱਚ ਨਾਨਕ ਹੋਸੀ ਪੀ ਸੱਚ 'ਚ। ਕੋਈ ਵੀ ਪੰਕਤੀਆਂ ਪੜ੍ਹ ਕੇ ਦੇਖ ਲੈਣਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਆਰ ਪਿੱਛੇ ਆਵਾਜ਼ ਆਈ, ਅਗਲੀ ਪੰਕਤੀ ਦੇ ਵੀ ਇਹ ਆਰ ਆਵਾਜ਼ ਆਏਗੀ। ਇਹਨੂੰ ਕਾਵਿ ਰਚਨਾ ਆਪਾਂ ਕਹਿੰਦੇ ਹਾਂ। ਇੱਕੋ ਇੱਕ ਪੰਕਤੀ ਹੈ ਸਭ ਤੋਂ ਪਹਿਲੀ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਜਿਹੜੀ ਵਾਰਤਕ ਦੇ ਵਿੱਚ ਹੈ। ਇਹਦੇ ਨਾਲ ਦੀ ਦੂਜੀ ਪੰਕਤੀ ਨਹੀਂ ਹੈ। ਇਹ 33 ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਨਸ਼ਨਡ ਹੈ। 33 ਵਾਰੀ ਅੰਕਿਤ ਹੈ, 33 ਟਾਈਮਸ। ਇਸ ਨੂੰ ਮੂਲ ਮੰਤਰ ਕਹਿੰਦੇ ਨੇ। ਮੂਲ ਦੇ ਅਰਥ ਹੈ ਮੁੱਢਲਾ, ਬੇਸਿਕ। ਮੰਤਰ ਮਨ ਦੇ ਅੰਦਰ, ਮਾਈਂਡ ਡਾਇਰੈਕਸ਼ਨ, ਮਨ ਦੀ ਦਿਸ਼ਾ। ਮਨ ਦੀ ਦਿਸ਼ਾ ਨੂੰ ਸਹੀ ਪਾਸੇ ਲਿਜਾਣ ਵਾਸਤੇ ਦਿੱਤੀ ਹੋਈ ਸਲਾਹ, ਉਹਨੂੰ ਕਹਿੰਦੇ ਨੇ ਮੂਲ ਮੰਤਰ। ਉਸ ਤੋਂ ਬਾਅਦ ਗੁਰਬਾਣੀ ਸ਼ੁਰੂ ਹੁੰਦੀ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 3 ਸੈਕਸ਼ਨਸ ਨੇ। 3 ਸੈਕਸ਼ਨਸ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਹਿਲਾ ਸੈਕਸ਼ਨ ਜੋ ਹੈ, ਪਹਿਲਾ ਹਿੱਸਾ ਪਾਵਨ ਅੰਗ 1 ਤੋਂ ਲੈ ਕੇ 13 ਤੱਕ। ਦੂਸਰਾ ਹਿੱਸਾ ਪਾਵਨ ਅੰਗ 14 ਤੋਂ ਲੈ ਕੇ 1353 ਤੱਕ।
ਤੇ ਅਗਲਾ ਹਿੱਸਾ 1353 ਤੋਂ ਲੈ ਕੇ ਅਖੀਰ ਤੱਕ ਹੈ। ਪਹਿਲੇ ਹਿੱਸੇ ਵਿੱਚ ਰਾਗ ਨਹੀਂ ਸ਼ੁਰੂ ਹੁੰਦੇ। ਜੋ 31 ਰਾਗ ਨੇ ਨਾ, ਮੇਨ ਰਾਗ, ਇਹ ਦੂਜੇ ਹਿੱਸੇ ਤੋਂ ਸ਼ੁਰੂ ਹੁੰਦੇ, 14 ਅੰਗ ਤੋਂ ਸ਼ੁਰੂ ਹੁੰਦੇ ਨੇ। ਪਹਿਲਾ ਹਿੱਸਾ ਜਿਹੜਾ 13 ਅੰਗ ਦਾ ਹੈ, ਉਹਦੇ ਵਿੱਚ 4 ਬਾਣੀਆਂ ਨੇ: ਜਪ, ਸੋਦਰ, ਸੋਪੁਰਖ, ਸੋਹਿਲਾ। ਜੇ ਤੁਸੀਂ ਇੰਡੈਕਸ ਨੂੰ ਧਿਆਨ ਨਾਲ ਦੇਖੋਗੇ, ਤਤਕਰਾ ਰਾਗਾਂ ਕਾ, ਉਹਦੇ ਉੱਪਰ ਮੂਲ ਮੰਤਰ ਇੱਕ ਇੰਡੈਕਸ ਦੇ ਉੱਪਰ ਪੂਰਾ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਇੱਕ ਦੇ ਉੱਪਰ ਬਰੀਫਲੀ ਹੈ, ਸੰਖੇਪ ਸਰੂਪ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੇ ਉੱਥੇ ਜਦੋਂ ਇੰਡੈਕਸ ਸ਼ੁਰੂ ਹੁੰਦਾ ਹੈ, ਉਹ ਤੇ ਲੈਫਟ ਸਾਈਡ ਤੇ ਖੱਬੇ ਪਾਸੇ ਲਿਖਿਆ ਹੋਏਗਾ ਜਪ, ਤੇ ਉਹਦੇ ਸੱਜੇ ਪਾਸੇ ਲਿਖਿਆ ਹੋਏਗਾ ਅੰਗ 1, ਫਿਰ ਸੋਦਰ ਅੰਗ 8। ਇਹਦਾ ਮਤਲਬ ਜਪ ਬਾਣੀ ਦਾ ਨਾਮ ਹੈ। ਦੂਜੀ ਬਾਣੀ ਸੋਦਰ ਹੈ, ਉਹਦੇ 'ਚ 5 ਸ਼ਬਦ ਨੇ। ਪਹਿਲੇ 3 ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਨੇ, ਚੌਥਾ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ, ਤੇ 5ਵਾਂ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੈ। ਉਸ ਤੋਂ ਬਾਅਦ ਤੀਸਰੀ ਬਾਣੀ ਹੈ ਸੋ ਪੁਰਖ। ਇਹਦੇ ਵਿੱਚ 4 ਸ਼ਬਦ ਨੇ। ਪਹਿਲੇ 2 ਗੁਰੂ ਰਾਮਦਾਸ ਪਾਤਸ਼ਾਹ ਦੇ ਨੇ, ਤੀਜਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਹੈ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਹੈ। ਉਸ ਤੋਂ ਬਾਅਦ ਚੌਥੀ ਬਾਣੀ ਸੋਹਿਲਾ। ਸੋਹਿਲਾ ਬਾਣੀ ਵਿੱਚ ਵੀ 5 ਸ਼ਬਦ ਨੇ। ਪਹਿਲੇ 3 ਗੁਰੂ ਨਾਨਕ ਪਾਤਸ਼ਾਹ ਦੇ, ਚੌਥਾ ਗੁਰੂ ਰਾਮਦਾਸ ਸਾਹਿਬ ਜੀ ਦਾ, 5ਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ। 4 ਬਾਣੀਆਂ ਨੇ: ਜਪ, ਸੋਦਰ, ਸੋਪੁਰਖ, ਸੋਹਿਲਾ। ਫਿਰ ਅੰਗ 14 ਤੋਂ 31 ਰਾਗ ਸ਼ੁਰੂ ਹੁੰਦੇ ਨੇ। 31 ਮੇਨ ਰਾਗ ਨੇ, ਤੇ ਫਿਰ ਮਿਕਸ ਰਾਗ ਵੀ ਨੇ। ਜਿਵੇਂ ਤੁਸੀਂ ਸੋਹਿਲਾ ਸਾਹਿਬ ਦਾ ਪਾਠ ਕਰਦੇ ਹੋ, ਸ਼ਾਇਦ ਸਾਡੇ 'ਚੋਂ ਬਹੁਤਿਆਂ ਨੇ ਧਿਆਨ ਨਾ ਦਿੱਤਾ ਹੋਵੇ, ਉਹਦਾ ਟਾਈਟਲ ਹੈ ਸੋਹਿਲਾ ਰਾਗ ਗੌੜੀ ਦੀਪਕੀ। ਦੀਪਕੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਪਰ ਇਹ ਗੌੜੀ ਦੇ ਨਾਲ ਮਿਕਸ ਕਰਕੇ ਗਾਉਣ ਵਾਸਤੇ ਕਿਹਾ ਗਿਆ ਹੈ। ਜਿਹੜੇ ਰਾਗਾਂ ਦੇ ਮਾਹਰ ਨੇ ਉਹ ਕਹਿੰਦੇ ਨੇ ਜਿਹੜੀ ਗੌੜੀ ਹੈ ਇਹ ਗੰਭੀਰ ਹੈ, ਤੇ ਦੀਪਕ ਚੰਚਲਤਾਈ ਵਾਲਾ ਹੈ। ਨਾ ਹੀ ਸਿੱਖ ਇੰਨਾ ਗੰਭੀਰ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਵਿੱਚ ਹੀ ਸੈਲਫਿਸ਼ ਹੋ ਕੇ ਰਹਿ ਜਾਵੇ, ਆਪਣਾ ਧਰਮ ਨਿਭ ਜਾਵੇ, ਸਮਾਜ ਵਿੱਚ ਕੀ ਹੋ ਰਿਹਾ ਹੈ, ਸੁਸਾਇਟੀ 'ਚ ਕੀ ਹੋ ਰਿਹਾ ਹੈ, ਕੌਮ ਦੇ ਲਈ ਕੀ ਚਾਹੀਦਾ, ਉਹਦੇ ਵਾਸਤੇ ਕੁਝ ਕਰੇ ਹੀ ਨਾ। ਤੇ ਨਾ ਹੀ ਇੰਨਾ ਚੰਚਲ ਹੋਣਾ ਚਾਹੀਦਾ ਕਿ ਚੰਚਲਤਾਈ ਵਿੱਚ ਆਪਣਾ ਵਿਰਸਾ ਹੀ ਨਾ ਛੱਡ ਜਾਵੇ, ਸਿੱਖੀ ਨਾ ਛੱਡ ਜਾਵੇ। ਇਸ ਲਈ ਕਮਾਲ ਦੀ ਬਾਤ ਹੈ ਕਿ ਗੌੜੀ ਤੇ ਦੀਪਕੀ 2 ਮਿਕਸ ਕਰ ਦਿੱਤੇ। ਇਸ ਤਰ੍ਹਾਂ ਵੱਖ-ਵੱਖ ਰਾਗ ਨੇ, ਕਾਫੀ 2-3 ਰਾਗਾਂ ਦੇ ਨਾਲ ਮਿਕਸ ਹੈ। 31 ਰਾਗ ਨੇ, ਕੁਝ ਮਿਕਸ ਰਾਗ ਨੇ। ਇਹ ਅੰਗ 14 ਤੋਂ ਲੈ ਕੇ 1353 ਤੱਕ ਹੈ। ਉਸ ਤੋਂ ਬਾਅਦ ਹੈ ਅਖੀਰਲਾ ਹਿੱਸਾ, ਅੰਗ 1353 ਤੋਂ ਸ਼ੁਰੂ ਹੁੰਦਾ ਹੈ। ਉਹਦੇ 'ਚ ਸ਼ਲੋਕ ਸੰਸਕ੍ਰਿਤੀ ਹੈ, ਫਿਰ ਚੌਬੋਲੇ ਨਾਮ ਦੀ ਬਾਣੀ ਹੈ, ਫਿਰ ਗਾਥਾ ਨਾਮ ਦੀ ਬਾਣੀ ਹੈ, ਫੁਨਹੇ ਨਾਮ ਦੀ ਬਾਣੀ ਹੈ, ਫਿਰ ਭਗਤ ਕਬੀਰ ਜੀ ਦੇ ਸ਼ਲੋਕ ਨੇ, ਫਿਰ ਭਗਤ ਫਰੀਦ ਜੀ ਦੇ ਸ਼ਲੋਕ ਨੇ, ਫਿਰ ਗੁਰੂ ਸਾਹਿਬਾਨਾਂ ਦੇ ਸਵਈਏ ਨੇ, ਫਿਰ ਭੱਟਾਂ ਦੇ ਸਵਈਏ ਨੇ, ਫਿਰ 9ਵੇਂ ਪਾਤਸ਼ਾਹ ਦੇ ਸ਼ਲੋਕ ਨੇ, ਫਿਰ ਜਿਹੜੇ ਜਿਵੇਂ 22-12 ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹਨਾਂ ਨਾਲ ਅੰਕਿਤ ਸ਼ਲੋਕ ਨੇ। ਜਿਹੜੇ ਸ਼ਲੋਕ 22-12 ਵਿੱਚ ਅੰਕਿਤ ਕਰਨ ਤੋਂ ਵੱਧ ਗਏ, ਉਹ ਅਖੀਰ ਤੇ ਨੇ ਸ਼ਲੋਕ 12 ਤੇ ਵਧੇਕ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਨੇ, ਫਿਰ ਪੰਚਮ ਪਾਤਸ਼ਾਹ ਦਾ ਸ਼ਲੋਕ ਹੈ, ਅਖੀਰ ਦੇ ਉੱਪਰ ਰਾਗਮਾਲਾ ਵੀ ਲਿਖੀ ਹੋਈ ਹੈ। ਇਸ ਤਰੀਕੇ ਨਾਲ ਇਹ ਪਹਿਲੇ ਸੈਕਸ਼ਨ ਦੇ ਵਿੱਚ 31 ਰਾਗ ਨੇ, 22-12 ਨੇ, ਤੇ ਕੁਝ ਵਿਸ਼ੇਸ਼ ਬਾਣੀਆਂ ਨੇ, ਜਿਵੇਂ ਸੁਖਮਨੀ ਸਾਹਿਬ ਹੈ, ਘੋੜੀਆਂ, ਬੰਜ਼ਾਰੇ, ਅਲਾਣੀਆਂ। ਇਸ ਤਰ੍ਹਾਂ ਇਹ 3 ਸੈਕਸ਼ਨ ਨੇ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਾਂਗੇ ਤਾਂ ਇਹ ਬੇਸਿਕ ਝਲਕ ਹੈ, ਗੁਰੂ ਪਾਤਸ਼ਾਹ ਦੀ ਬੇਸਿਕ ਦੀਦਾਰੇ ਝਲਕ ਹੈ। ਉਸ ਤੋਂ ਬਾਅਦ ਜੇ ਆਪਾਂ ਹੋਰ ਥੋੜ੍ਹਾ ਜਿਹਾ ਗੌਰ ਨਾਲ ਦੇਖੀਏ ਤਾਂ ਜਿਹੜੀਆਂ ਬਾਣੀਆਂ ਨੇ 43 ਦੇ ਕਰੀਬ, 43 ਦੇ ਕਰੀਬ ਟਾਈਟਲਸ ਨੇ। ਸਭ ਤੋਂ ਪਹਿਲਾਂ ਜਪ ਹੈ, ਤੇ ਅਖੀਰ ਤੇ ਜਾ ਕੇ ਮੁੰਦਾਵਣੀ ਹੈ। ਇਹਨਾਂ ਬਾਣੀਆਂ ਨੂੰ ਜੇ ਆਪਾਂ ਦੇਖੀਏ ਤਾਂ ਇਹ ਵੀ
ਸਿੱਖ ਜਗਤ ਦੇ ਵਿੱਚ 3 ਤਰੀਕੇ ਦੇ ਨਾਲ ਆਪਾਂ ਨੂੰ 3 ਤਰ੍ਹਾਂ ਦੀਆਂ ਬਾਣੀਆਂ ਦਿਸ ਰਹੀਆਂ ਨੇ। ਇੱਕ ਤਾਂ ਉਹ ਜਿਹੜੀਆਂ ਬੜੀਆਂ ਪ੍ਰਚਲਿਤ ਨੇ, ਜਿਹਦੇ ਬਾਰੇ ਬਹੁਤ ਪ੍ਰੇਰਨਾ ਦਿੱਤੀ ਗਈ, ਹਰ ਇੱਕ ਨੇ ਪੜ੍ਹੀਆਂ, ਜਪਜੀ ਸਾਹਿਬ, ਆਨੰਦ ਸਾਹਿਬ, ਸੁਖਮਨੀ ਸਾਹਿਬ, ਇਹ ਵੱਧ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਨੇ। ਕੁਝ ਬਾਣੀਆਂ ਉਹ ਨੇ ਜਿਹਨੂੰ ਓਕੇਸ਼ਨਲੀ ਅਸੀਂ ਜੋੜ ਕੇ ਰੱਖ ਲਿਆ, ਉਹ ਕਿਸੇ ਵਿਸ਼ੇਸ਼ ਫੰਕਸ਼ਨ ਤੇ ਹੀ ਪੜ੍ਹਦੇ ਹਾਂ ਅਸੀਂ, ਅੱਗੇ ਪਿੱਛੇ ਨਹੀਂ। ਲਾਵਾਂ ਨੇ ਵਿਆਹ ਵੇਲੇ ਪੜ੍ਹੀਆਂ ਜਾਂਦੀਆਂ, ਅਲਾਹਣੀਆਂ ਜਦੋਂ ਕੋਈ ਮ੍ਰਿਤਕ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਸੱਦ ਜਦੋਂ ਉਹਦੇ ਨਿਮਿਤ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਸਾਹਿਬ ਹੁੰਦਾ ਹੈ, ਅਖੀਰ ਤੇ ਸਮਾਪਤੀ ਵੇਲੇ ਇਹ ਬਾਣੀ ਪੜ੍ਹੀ ਜਾਂਦੀ ਹੈ। ਇਹਨੂੰ ਓਕੇਸ਼ਨਲੀ ਬਣਾ ਲਿਆ। ਕੁਝ ਬਾਣੀਆਂ ਨੇ ਜਿਹਦੀ ਸਾਨੂੰ ਪ੍ਰੇਰਣਾ ਨਹੀਂ ਦਿੱਤੀ ਗਈ, ਮੋਟੀਵੇਟ ਹੀ ਨਹੀਂ ਕੀਤਾ ਗਿਆ, ਅਸੀਂ ਉਹ ਪੜ੍ਹੀਆਂ ਹੀ ਨਹੀਂ। ਬਹੁਤ ਸਾਰੀਆਂ ਬਾਣੀਆਂ ਐਸੀਆਂ ਜਿਹੜੀਆਂ ਆਮ ਗੁਰਸਿੱਖਾਂ ਨੇ ਪੜ੍ਹੀਆਂ ਨਹੀਂ, ਗਾਥਾ, ਫੁਨਹੇ, ਚੌਬੋਲੇ, ਘੋੜੀਆਂ, ਕਰਹਲੇ, ਬਣਜ਼ਾਰਾ, ਐਸੀਆਂ ਬਾਣੀਆਂ ਨੇ। ਉਹਨਾਂ 'ਚੋਂ ਕੁਝ ਬਾਣੀਆਂ ਐਸੀਆਂ ਨੇ ਜਿਹੜੀਆਂ ਵਿਚਾਰਿਆਂ ਨੂੰ ਕੁਝ ਕੁ ਨੂੰ ਨਾਮ ਹੀ ਨਹੀਂ ਪਤਾ। ਤਾਂ ਇਹ ਇੱਕ ਬੜਾ ਕੀਮਤੀ ਖਜ਼ਾਨਾ ਹੈ। ਜਦੋਂ ਅਸੀਂ ਦਰਸ਼ਨ ਦੀਦਾਰ ਕਰਾਂਗੇ, ਮੈਂ ਇੱਕ ਬੇਨਤੀ ਕਰਾਂਗਾ, ਹਰ ਗੁਰੂ ਕਾ ਗੁਰਸਿੱਖ, ਚਾਹੇ ਉਹ ਬੱਚਾ ਹੈ, ਚਾਹੇ ਉਹ ਬੱਚੀ ਹੈ, ਚਾਹੇ ਉਹ ਨੌਜਵਾਨ ਪੁੱਤਰ ਨੇ, ਚਾਹੇ ਨੌਜਵਾਨ ਧੀਆਂ ਨੇ, ਚਾਹੇ ਉਹ ਬਜ਼ੁਰਗ ਨੇ, ਹਰ ਗੁਰੂ ਕੇ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੀਦਾ ਹੈ। ਅਸੀਂ ਤੁਹਾਡੇ ਲਈ ਇੱਕ ਯਤਨ ਕੀਤਾ ਹੈ, ਤੁਹਾਨੂੰ ਸੌਖਾ ਹੋ ਜਾਵੇ। ਸਾਡਾ YouTube ਚੈਨਲ ਗੁਰਗਿਆਨ TV, GURGYAN TV, ਉਹਦੇ 'ਤੇ ਪਲੇਲਿਸਟ ਹੈ SGGS, ਸਹਿਜ ਪਾਠ ਵਿਦ ਮੀਨਿੰਗਸ। ਉਹਦੇ 'ਤੇ ਅੱਧੇ ਘੰਟੇ ਦੀ ਵੀਡੀਓ ਰੋਜ਼ਾਨਾ ਅਪਲੋਡ ਹੁੰਦੀ ਹੈ। ਤੁਸੀਂ ਇੱਕ ਅੱਧੇ ਘੰਟੇ ਦੀ ਵੀਡੀਓ ਫੋਲੋ ਕਰੋਗੇ, ਅੱਧੇ ਘੰਟੇ ਵਿੱਚ ਇੱਕ ਅੰਗ ਅਰਥਾਂ ਸਮੇਤ ਸਹਿਜ ਪਾਠ ਹੋਏਗਾ। ਤੁਸੀਂ ਰੋਜ਼ਾਨਾ ਇੱਕ ਅੰਗ ਕਰੋਗੇ ਤਾਂ 4 ਸਾਲਾਂ ਵਿੱਚ ਇੱਕ ਸਹਿਜ ਪਾਠ ਹੋ ਜਾਏਗਾ। ਹਰ ਗੁਰਸਿੱਖ ਨੂੰ ਕਰਨਾ ਚਾਹੀਦਾ। ਤੁਸੀਂ ਸਾਡਾ YouTube ਚੈਨਲ ਗੁਰਗਿਆਨ TV, ਉੱਤੇ ਜਾ ਕੇ ਤੁਸੀਂ ਸਬਸਕ੍ਰਾਈਬ ਦਾ ਬਟਨ ਜ਼ਰੂਰ ਪ੍ਰੈਸ ਕਰਿਓ। ਜਿਹੜੀ ਵੀ ਨਵੀਂ ਵੀਡੀਓ ਅਪਲੋਡ ਹੋਇਆ ਕਰੇਗੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇਗਾ। ਰੋਜ਼ਾਨਾ ਅੱਧਾ ਘੰਟਾ ਲਾ ਕੇ ਅਰਥਾਂ ਸਮੇਤ ਸਹਿਜ ਪਾਠ ਕਰੀਏ, ਸਾਨੂੰ ਬਹੁਤ ਕੁਝ ਮਿਲੇਗਾ। ਇੰਨਾ ਕੀਮਤੀ ਖਜ਼ਾਨਾ ਜਦੋਂ ਤੁਸੀਂ ਆਪ ਦੀਦਾਰ ਕਰੋਗੇ ਤਾਂ ਸੱਚ ਜਾਣਿਓ ਤੁਹਾਨੂੰ ਮਹਿਸੂਸ ਹੋਏਗਾ ਅਸੀਂ ਹੁਣ ਤੱਕ ਭੁੱਲੇ ਕਿਉਂ ਰਹੇ। क्या बात है। समय है एक छोटी ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰੈਜੀਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604-760-2643, ਤਾਰਨ 604-897-0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 403-470-2260।
ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚੈਨਲ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਥੈਂਕ ਯੂ ਸੁਖਮਨ। ਆਪਾਂ ਬ੍ਰੇਕ ਤੋਂ ਪਹਿਲਾਂ ਵਿਚਾਰ ਰਹੇ ਸੀ ਹਰ ਗੁਰੂ ਕੇ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੀਦਾ ਹੈ। ਬਹੁਤ ਕੀਮਤੀ ਖਜ਼ਾਨਾ ਹੈ। ਆਪਾਂ ਬਾਣੀਆਂ ਦਾ ਜ਼ਿਕਰ ਕਰ ਰਹੇ ਸੀ। ਸਿੱਧ ਗੋਸ਼ਟ ਦੀ ਬਾਣੀ ਹੈ। ਸਿੱਧਾਂ ਦੇ ਨਾਲ ਡਿਸਕਸ਼ਨ ਹੋਈ ਹੈ। ਉਸ ਬਾਣੀ ਦੇ ਵਿੱਚ ਸਵਾਲ ਜਵਾਬ ਨੇ। ਗੁਰੂ ਪਾਤਸ਼ਾਹ ਦੀ ਹਰ ਸਿੱਖਿਆ, ਹਰ ਜਵਾਬ ਸਾਡੇ ਸੋਚ ਤੇ ਸੁਭਾਅ ਨਾਲ ਸੰਬੰਧਿਤ ਹੈ। ਗੁਰਬਾਣੀ ਦਾ ਹਰ ਕਨਸੈਪਟ, ਹਰ ਟੀਚਿੰਗ ਸਾਡੀ ਲਾਈਫ ਨਾਲ ਰਿਲੇਵੈਂਟ ਹੈ। ਜਿੰਨੀ ਸਮਝ ਆ ਗਈ ਉਸ ਨੂੰ ਅਸੀਂ ਜਿਉ ਸਕਦੇ ਹਾਂ। ਜੇ ਸਿੱਧ ਗੋਸ਼ਟ ਨਾਮ ਦੀ ਬਾਣੀ ਦੀ ਗੱਲ ਕਰੀਏ ਤਾਂ ਅੱਜ ਸਾਨੂੰ ਸਭ ਤੋਂ ਪਹਿਲਾਂ ਸਿੱਖਣਾ ਪਵੇਗਾ ਕਿ ਸਾਨੂੰ ਸੱਚੀ ਡਿਸਕਸ਼ਨ ਨਹੀਂ ਕਰਨੀ ਆਈ। ਆਪਾਂ ਡਿਬੇਟ ਕਰਦੇ ਹਾਂ, ਡਿਸਕਸ਼ਨ ਨਹੀਂ ਕਰ ਰਹੇ। ਡਿਸਕਸ਼ਨ ਦਾ ਇੱਕ ਰੂਲ ਹੁੰਦਾ ਹੈ, ਦੋਨੋਂ ਧਿਰਾਂ ਇੱਕ ਦੂਸਰੇ ਤੋਂ ਸਿੱਖਣਾ ਚਾਹੁੰਦੀਆਂ ਨੇ। ਸਿਖਾਉਣ ਦੀ ਬਿਰਤੀ ਨਹੀਂ ਹੁੰਦੀ ਉੱਥੇ, ਸਿੱਖਣ ਦੀ ਬਿਰਤੀ ਹੁੰਦੀ ਹੈ। ਦੂਸਰਾ, ਜੇ ਕੋਈ ਨਵੀਂ ਗੱਲ ਮਿਲੇ, ਚੰਗੀ ਗੱਲ ਮਿਲੇ ਤਾਂ ਬੰਦਾ ਆਪਣੀ ਵਿਚਾਰਧਾਰਾ ਨੂੰ ਬਦਲ ਕੇ ਉਹਦੀ ਵਿਚਾਰਧਾਰਾ ਨੂੰ, ਨਵੀਂ ਗੱਲ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਉਂਦਾ ਹੈ। ਡਿਸਕਸ਼ਨ ਜਿਹੜੀ ਹੈ, ਵਿਚਾਰ ਚਰਚਾ, ਚਾਹੇ ਘੰਟਾ ਚੱਲੇ, 2 ਘੰਟੇ, ਚਾਹੇ ਅੱਧਾ ਘੰਟਾ, ਅਖੀਰ ਤੇ ਦੋਨੋਂ ਹੀ ਜਿੱਤਦੇ ਨੇ। ਦੋਨੋਂ ਇੱਕ ਦੂਸਰੇ ਤੋਂ ਬਹੁਤ ਕੁਝ ਪ੍ਰਾਪਤ ਕਰਦੇ ਨੇ। ਜਿਹੜੀ ਡਿਬੇਟ ਹੈ ਨਾ, ਬਹਿਸ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਦੋਨੋਂ ਹੀ ਦੂਜੇ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਨੇ। ਆਪਣਾ ਗਿਆਨ ਉਹਦੇ ਤੇ ਥੋਪਣ ਦੀ ਕੋਸ਼ਿਸ਼ ਕਰਦੇ ਨੇ। ਉਹ ਚਾਹੇ ਅੱਧਾ ਘੰਟਾ, 1 ਘੰਟਾ, 2 ਘੰਟੇ, ਦੋਨੋਂ ਹੀ ਆਪਣੇ ਆਪ ਨੂੰ ਜਿੱਤਿਆ ਸਮਝਦੇ ਨੇ। ਐਕਚੁਅਲੀ ਦੋਨੋਂ ਹੀ ਹਾਰ ਗਏ ਹੁੰਦੇ ਨੇ ਕਿਉਂਕਿ ਆਪਸ ਵਿੱਚ ਪਿਆਰ ਘਟਦਾ ਹੈ। ਗੋਸ਼ਟ ਨਾਮ ਚਰਚਾ ਦਾ ਹੈ, ਡਿਸਕਸ਼ਨ ਦਾ ਨਾਮ ਹੈ ਗੋਸ਼ਟ। ਭਗਤ ਕਬੀਰ ਜੀ ਨੇ ਬੜੀ ਕਮਾਲ ਦੀ ਬਾਤ ਕਹੀ। ਕਬੀਰ ਏਕ ਘੜੀ ਆਦਿ ਕਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਗੋਸ਼ਟ ਕਰਨੀ ਚਾਹੀਦੀ ਹੈ। ਤੇ ਇਹ ਨੁਕਤਾ ਜਿਹੜਾ ਅਰਦਾਸ ਦੇ ਵਿੱਚ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਮਾਲ ਹੈ। ਅਸੀਂ ਤੇ ਕੁਆਂਟੀਟੀ ਵੱਲ ਇੰਨੇ ਵੱਧ ਗਏ ਹਾਂ। ਅਸੀਂ ਤੇ ਸਹਿਜ ਪਾਠ 11 ਦਿਨਾਂ 'ਚ ਕਰਨਾ ਚਾਹੁੰਦੇ ਹਾਂ, 7 ਦਿਨਾਂ 'ਚ ਕਰਨਾ ਚਾਹੁੰਦੇ ਹਾਂ। ਇੱਦਾਂ ਨਹੀਂ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਆਪ ਪਾਠ ਕਰੋ। ਇੱਕ ਪਾਠ ਗੁਰਬਾਣੀ ਦਾ, ਇੱਕ ਅਰਦਾਸ, ਇਹ ਕਰਵਾਉਣ ਦਾ ਵਿਸ਼ਾ ਨਹੀਂ ਹੈ, ਇਹ ਕਰਨ ਦਾ ਵਿਸ਼ਾ ਹੈ। ਜਦੋਂ ਲੋਕ ਅਨਪੜ੍ਹ ਹੁੰਦੇ ਸੀ, ਉਹਨਾਂ ਦੀ ਮਜਬੂਰੀ ਹੁੰਦੀ ਸੀ, ਉਹ ਪਾਠ ਕਰਵਾਉਂਦੇ ਸੀ। ਅਨਪੜ੍ਹ ਹੋਣ ਕਰਕੇ ਅਰਦਾਸ ਨਹੀਂ ਸੀ ਪੜ੍ਹਨੀ ਆਉਂਦੀ, ਅਰਦਾਸ ਕਰਵਾ ਲੈਂਦੇ ਸੀ। ਪਰ ਐਕਚੁਅਲੀ ਆਪ ਅਰਦਾਸ ਕਰਨੀ ਚਾਹੀਦੀ ਹੈ, ਆਪ ਪਾਠ ਕਰਨਾ ਚਾਹੀਦਾ ਔਰ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੀਦਾ। ਜਿੰਨੇ ਵੀ ਤੁਹਾਡੇ ਫੰਕਸ਼ਨ ਆਉਂਦੇ ਨੇ, ਜਨਮ ਦਿਨ ਹੈ, ਮੈਂ ਤੇ ਕਹਾਂਗਾ ਚਾਹੇ ਵਿਆਹ ਹੈ, ਕੋਈ ਵੀ ਖੁਸ਼ੀ ਗਮੀ ਦਾ ਸਮਾਗਮ ਹੈ, ਪਰਿਵਾਰ ਮਿਲ ਕੇ ਆਪ ਸਹਿਜ ਪਾਠ ਕਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਪੜ੍ਹ ਕੇ ਦੇਖੋ। ਉਸ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਤੇ ਜਿਹੜਾ ਸਹਿਜ ਪਾਠ ਹੈ, ਦੋਨਾਂ ਵਿੱਚ ਇਹ ਗੱਲ ਕਹੀ ਗਈ ਹੈ ਕਿ ਪਰਿਵਾਰ ਮਿਲ ਕੇ ਪਾਠ ਕਰੇ। ਦਿਨਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੈ, ਤੁਸੀਂ ਜਿੰਨੇ ਚਿਰ 'ਚ ਮਰਜ਼ੀ ਕਰੋ। ਕਿਉਂਕਿ ਅਸੀਂ ਪਾਠ ਕਰਨ ਦੇ ਅਰਥ ਜਾਂ ਕੀਰਤਨ ਕਰਨ ਸੁਣਨ ਦੇ ਅਰਥ ਕੀ ਨੇ ਕਿ ਅਸੀਂ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਸਿੱਖਣਾ ਹੈ। ਤਾਂ ਜਦੋਂ ਤੁਸੀਂ ਜਿਹੜੀਆਂ ਬਾਣੀਆਂ ਨੇ ਉਹਦੇ ਦਰਸ਼ਨ ਕਰੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਅੰਦਰੋਂ ਆਵਾਜ਼ ਨਿਕਲੇਗੀ, ਵਾਹ ਹੇ ਗੁਰੂ, ਤੁਸੀਂ ਧੰਨ ਹੋ। ਸਭ ਤੋਂ ਪਹਿਲੀ ਬਾਣੀ ਹੈ ਜਪ। ਜਪ ਇਜ਼ ਅ ਵੇ ਆਫ ਲਾਈਫ। ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਇੱਦਾਂ ਨਾ ਕਰੋ ਕਿ 10 ਮਿੰਟਾਂ 'ਚ, 8 ਮਿੰਟਾਂ 'ਚ, 12 ਮਿੰਟਾਂ ਜਪਜੀ ਸਾਹਿਬ ਪੂਰਾ ਕਰ ਲਈਏ। ਨਾ, ਉਹਨੂੰ ਸਮਝਣ ਦਾ ਯਤਨ ਕਰੋ।
ਕਿਹੜੀਆਂ ਸਿੱਖਿਆਵਾਂ ਨੇ ਜਿਹੜੀਆਂ ਡੋਂਟ ਡੂ ਦੇ ਕਾਲਮ ਵਿੱਚ ਨੇ ਜਪਜੀ ਸਾਹਿਬ ਵਿੱਚ, ਉਹ ਨਹੀਂ ਕਰਨੀਆਂ। ਕਿਹੜੀਆਂ ਸਿੱਖਿਆਵਾਂ ਨੇ ਜਿਹੜੀਆਂ ਡੂ ਦੇ ਕਾਲਮ ਵਿੱਚ ਆ ਤਾਂ ਕੰਮ ਕਰਨਾ ਹੀ ਕਰਨਾ ਹੈ, ਉਹਦੇ ਤੇ ਫਿਰ ਅਮਲ ਕਰਨਾ ਪਵੇਗਾ। ਇਹ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਜਪਜੀ ਸਾਹਿਬ। ਜੇ ਸਾਨੂੰ ਸਿਖਾ ਦਿੱਤਾ ਨਾ ਜਪਜੀ ਸਾਹਿਬ ਵਿੱਚ, ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਫਿਰ ਚੁਸਤ ਚਲਾਕੀਆਂ ਨਾਲ ਆਪਣੇ ਕੰਮ ਸਵਾਰਨੇ, ਚੁਸਤ ਚਲਾਕੀਆਂ ਦੇ ਨਾਲ ਆਪਣੇ ਸੈਲਫਿਸ਼ਨੈਸ ਨੂੰ, ਆਪਣੇ ਸਵਾਰਥ ਨੂੰ ਪੂਰਾ ਕਰਨਾ, ਚਾਪਲੂਸੀਆਂ ਕਰਨੀਆਂ, ਕਿਸੇ ਦੀਆਂ ਮੁਤਾਜੀਆਂ ਕਰਨੀਆਂ, ਕਿਸੇ ਦਾ ਹੱਕ ਮਾਰਨਾ, ਇਹ ਜਿਉਣਾ ਪਵੇਗਾ, ਇਹਨੂੰ ਛੱਡਣਾ ਪਵੇਗਾ। ਜਿਉਣਾ ਹੈ ਉਸ ਪੰਕਤੀ ਨੂੰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਚੁਸਤ ਚਲਾਕੀਆਂ ਨਾਲ ਪੈਸਾ ਬਣ ਸਕਦਾ ਹੈ, ਚੁਸਤ ਚਲਾਕੀਆਂ ਨਾਲ ਪ੍ਰਾਪਰਟੀ ਬਣ ਸਕਦੀ ਹੈ, ਚੁਸਤ ਚਲਾਕੀਆਂ ਨਾਲ ਜੀਵਨ ਦੇ ਵਿੱਚ ਖੁਸ਼ੀ, ਆਨੰਦ, ਸ਼ਾਂਤੀ ਤੇ ਘਰ ਵਿੱਚ ਏਕਤਾ ਇਤਫਾਕ ਨਹੀਂ ਬਣ ਸਕੇਗਾ। ਤਾਂ ਜਪਜੀ ਸਾਹਿਬ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਹੈ, ਇੱਕ ਵੇ ਆਫ ਲਾਈਫ ਹੈ, ਉਹਨੂੰ ਸਮਝਣਾ ਹੈ। ਜਦੋਂ ਵੀ ਕੋਈ ਵੀ ਬਾਣੀ ਸਮਝੀਏ, ਕਿਹੜੀਆਂ ਸਿੱਖਿਆਵਾਂ ਨੇ ਜਿਹੜੀਆਂ ਮੈਨੂੰ ਦੱਸ ਰਹੀਆਂ ਕੀ ਕੁਝ ਕਰਨਾ ਚਾਹੀਦਾ, ਮੈਂ ਨਹੀਂ ਕਰ ਰਿਹਾ ਤਾਂ ਮੈਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਚਾਹੀਦਾ ਹੈ। ਜਿਸ ਕੰਮਾਂ ਤੋਂ ਰੋਕਿਆ ਗਿਆ ਜੋ ਮੈਂ ਕਰ ਰਿਹਾ ਤਾਂ ਉਸ ਨੂੰ ਆਪਣੀ ਜ਼ਿੰਦਗੀ 'ਚੋਂ ਛੱਡਣਾ ਪਏਗਾ। ਤਾਂ ਜਪਜੀ ਸਾਹਿਬ ਦੀ ਬਾਣੀ ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਅਗਲੀ ਬਾਣੀ ਹੈ ਸੋਦਰ। ਸੋਦਰ ਵੇ ਆਫ ਥਿੰਕਿੰਗ ਹੈ, ਸੋਚਣਾ ਹੈ। ਉਹ ਵੇ ਆਫ ਥਿੰਕਿੰਗ ਸਾਡੇ ਅੰਦਰ ਬੈਨੇਵੋਲੈਂਸ ਪੈਦਾ ਕਰੇਗੀ, ਪਰਉਪਕਾਰ ਦੀ ਬਿਰਤੀ ਪੈਦਾ ਕਰੇਗੀ। ਕਦੀ ਧਿਆਨ ਨਾਲ ਪੜ੍ਹ ਕੇ ਦੇਖਿਓ, ਉਸ ਵਿੱਚ ਕਿਹਾ ਹਵਾ, ਪਾਣੀ, ਧਰਤੀ, ਅੱਗ ਸਾਰੇ ਗਾ ਰਹੇ ਨੇ। ਗੁਰਮਤਿ ਅਨੁਸਾਰ ਗੁਣ ਗਾਉਣੇ ਕੀ ਹੁੰਦੇ ਨੇ? ਜੇ ਨੌਵੇਂ ਪਾਤਸ਼ਾਹ ਦੇ ਸ਼ਲੋਕਾਂ ਨੂੰ ਦੇਖੀਏ, ਉੱਤੇ ਗੁਰੂ ਪਾਤਸ਼ਾਹ ਕਹਿੰਦੇ ਮੱਛੀ ਵਾਂਗੂ ਗਾ। ਪਹਿਲਾ ਹੀ ਸ਼ਲੋਕ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਹ ਬਿਦ ਜਲ ਕੋ ਮੀਨ। ਮੱਛੀ ਵਾਂਗੂ ਗਾ। ਫਿਰ ਕਹਿੰਦੇ ਕੁੱਤੇ ਵਾਂਗੂ ਗਾ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਹੁਣ ਕੁੱਤਾ ਜਾਂ ਮੱਛੀ ਕਿਵੇਂ ਗਾਉਂਦੇ ਨੇ? ਉਹ ਕੋਈ ਬੋਲ ਕੇ ਥੋੜ੍ਹੀ ਗਾਉਂਦੇ ਨੇ, ਉਹ ਜ਼ਿੰਦਗੀ ਜਿਉਂਦੇ ਨੇ। ਉਹ ਜ਼ਿੰਦਗੀ ਨੂੰ ਇੱਕ ਨਿਜ਼ਮ ਵਿੱਚ ਜਿਉਂਦੇ ਨੇ, ਗੁਣਾਂ ਨੂੰ ਸੰਭਾਲਦੇ ਨੇ ਤੇ ਲੋਕ ਉਹਨਾਂ ਦੀ ਚਰਚਾ ਕਰਦੇ ਨੇ। ਇਹਦਾ ਮਤਲਬ ਜਿਹੜਾ ਤੁਹਾਡਾ ਗੁਣ ਜ਼ਿੰਦਗੀ 'ਚ ਪਰਪੱਕ ਹੋ ਗਿਆ, ਤੁਹਾਡੇ ਕਿਸੇ ਗੁਣ ਤੋਂ ਦੁਨੀਆ ਪ੍ਰਭਾਵਿਤ ਹੋ ਗਈ ਤੇ ਪਿੱਠ ਪਿੱਛੇ ਤੁਹਾਡੀ ਵਡਿਆਈ ਕਰ ਰਹੀ ਹੈ, ਤਾਂ ਉਹ ਜਿਹੜੀ ਵਡਿਆਈ ਹੋ ਰਹੀ ਹੈ ਉਹ ਤੁਹਾਡਾ ਜੀਵਨ ਰੱਬ ਦੇ ਗੁਣ ਨੂੰ ਗਾ ਰਿਹਾ ਹੈ। ਤੇ ਐਸੀ ਵੇ ਆਫ ਥਿੰਕਿੰਗ ਕਿ ਹਵਾ ਗਾ ਰਹੀ ਹੈ, ਪਰਉਪਕਾਰ ਕਿਵੇਂ ਕਰਨਾ ਚਾਹੀਦਾ ਹੈ, ਉਹਦੇ 'ਚ ਜਿੰਨੀਆਂ ਨੈਚੁਰਲ ਫੋਰਸਿਸ, ਕੁਦਰਤੀ ਸ਼ਕਤੀਆਂ ਗਿਣਾਈਆਂ ਗਈਆਂ ਨੇ, ਉਹਨਾਂ ਨੂੰ ਧਿਆਨ ਨਾਲ ਦੇਖਾਂਗੇ ਤਾਂ ਸਾਨੂੰ ਸਿਖਾ ਰਹੀਆਂ ਨੇ ਕਿ ਜਿੰਨੀਆਂ ਨੈਚੁਰਲ ਫੋਰਸਿਸ ਨੇ ਕਿਸੇ ਨਿਜ਼ਮ ਵਿੱਚ ਵਰਤੀਆਂ ਜਾਣਗੀਆਂ ਪਰਉਪਕਾਰ ਕਰਨਗੀਆਂ, ਬੇਨਿਜ਼ਮੀਆਂ ਵਰਤੀਆਂ ਜਾਣਗੀਆਂ ਤਬਾਹੀ ਲਿਆ ਦੇਣਗੀਆਂ। ਚਾਹੇ ਪਾਣੀ ਹੈ, ਸਮੁੰਦਰੀ ਲਹਿਰਾਂ ਬਣ ਸਕਦਾ ਹੈ, ਹਵਾ ਹੈ, ਝੱਖੜ ਬਣ ਸਕਦਾ ਹੈ, ਮਿੱਟੀ ਹੈ, ਭੁਚਾਲ ਬਣ ਜਾਂਦਾ ਹੈ। ਤਾਂ ਇੱਕ ਵੇ ਆਫ ਥਿੰਕਿੰਗ ਰੱਬ ਦਾ ਇੱਕ ਨਿਜ਼ਮ ਹੈ, ਉਸ ਨਿਜ਼ਮ ਵਿੱਚ ਜਿਉਵਾਂਗੇ ਤੇ ਜੋ ਰੱਬ ਦਾ ਇਨਫਿਨਾਈਟ ਨੈਟਵਰਕ, ਅਸੀਮ ਇੱਕ ਐਸਾ ਕੰਟਰੋਲਿੰਗ ਸਿਸਟਮ ਰੱਬ ਦਾ, ਜਿਸ ਨੈਟਵਰਕ ਵਿੱਚ ਇਹ ਸਭ ਕੁਝ ਚੱਲ ਰਿਹਾ, ਉਹਦੇ ਵਿੱਚ ਬਹੁਤ ਕੁਝ ਸਾਡੇ ਫੇਵਰ ਵਿੱਚ ਹੋਏਗਾ ਅਗਰ ਅਸੀਂ ਨਿਯਮਾਂ ਨੂੰ ਫੋਲੋ ਕਰਾਂਗੇ। ਅਗਰ ਕਿਸੇ ਵੀ ਨਿਯਮ ਦੀ ਉਲੰਘਣਾ ਕਰਾਂਗੇ, ਜ਼ਿੰਦਗੀ 'ਚ ਦੁੱਖ ਸਹੇੜ ਲਵਾਂਗੇ। ਆਪਾਂ ਦੇਖਦੇ ਅੱਜ ਦੁਨੀਆ 'ਤੇ ਇੱਕ ਆਵਾਜ਼ ਉੱਠ ਰਹੀ ਹੈ, ਜੇ ਤੁਸੀਂ ਬ੍ਰਿਕਸ਼ ਕੱਟਦੇ ਹੋ ਤੇ ਜਿਹੜਾ ਐਟਮੋਸਫੇਅਰ ਹੈ, ਐਨਵਾਇਰਨਮੈਂਟ ਹੈ, ਇਹ ਸਾਡੇ ਲਈ ਦੁੱਖ ਪੈਦਾ ਕਰ ਰਿਹਾ ਹੈ। ਜਿਹੜੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ, ਹੀਟ ਦੀਆਂ ਵਾਰਨਿੰਗ ਆ ਰਹੀਆਂ ਨੇ ਤੇ ਕਿਹਾ ਜਾਂਦਾ ਹੈ ਕਿ ਰੱਬ ਦੀ ਬਣਾਈ ਕੁਦਰਤ ਦੀ ਸੰਭਾਲ ਕਰੋ। ਹੁਣ ਨਿਯਮ ਕੀ ਨੇ? ਸਾਡੀ ਸੋਚ ਤੇ ਸੁਭਾਅ ਤੇ ਲਾਗੂ ਹੋਣ ਉਹ ਨਿਯਮ ਕਿਹੜੇ ਨੇ? ਜਿਹੜੀਆਂ ਸਿੱਖਿਆਵਾਂ ਗੁਰਬਾਣੀ ਅੰਦਰ ਡੂ ਦੇ ਕਾਲਮ ਦੀਆਂ, ਆਹ ਕਰਨਾ ਚਾਹੀਦਾ ਹੈ, ਇੱਦਾਂ ਜਿਉਣਾ ਚਾਹੀਦਾ ਹੈ, ਇਹਦਾ ਮਤਲਬ ਰੱਬ ਦੇ ਨਿਯਮ ਅਨੁਸਾਰ ਜਿਉਣ ਵਾਸਤੇ ਆਹੀ ਤਰੀਕਾ ਹੈ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣਾ ਪਵੇਗਾ। ਤੇ ਜਿਹੜੀਆਂ ਡੋਂਟ ਡੂ ਦੇ ਕਾਲਮ ਦੀਆਂ ਸਿੱਖਿਆਵਾਂ ਨੇ,
ਆ ਨਹੀਂ ਕਰਨਾ ਚਾਹੀਦਾ, ਆ ਨਹੀਂ ਕਰਨਾ ਚਾਹੀਦਾ। ਗੁਰੂ ਪਾਤਸ਼ਾਹ ਕਹਿੰਦੇ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਨਿੰਦਾ ਨਹੀਂ ਸੁਣਨੀ ਚਾਹੀਦੀ, ਜ਼ੁਬਾਨ ਨਾਲ ਕਰਨੀ ਨਹੀਂ ਚਾਹੀਦੀ ਨਿੰਦਾ, ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ। ਫਿਰ ਜੇ ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਜਿਹੜੇ ਰੱਬ ਤੋਂ ਟੁੱਟੇ ਹੋਏ ਮਨੁੱਖ ਉਹ ਜੇ ਗੀਤ ਜਿਨ੍ਹਾਂ ਗੀਤਾਂ ਦੇ ਵਿੱਚ ਰਿਸ਼ਤਿਆਂ ਦੀ ਸੁਚਮਤਾ ਗਵਾ ਦਿੱਤੀ ਜਾਂਦੀ ਹੈ, ਉਹ ਲਿਖੇ ਜਾਂਦੇ ਨੇ, ਗਾਏ ਜਾਂਦੇ ਨੇ, ਹੇ ਮੇਰੇ ਰੱਬਾ ਮੇਰੇ ਕੰਨਾਂ ਵਿੱਚ ਨਾ ਪੈਣ। ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ। ਇਹਦਾ ਮਤਲਬ ਰੱਬ ਦੇ ਨਿਯਮ ਵਿੱਚ ਚੱਲਣ ਵਾਸਤੇ ਇਹਨਾਂ ਸਿੱਖਿਆਵਾਂ ਨੂੰ ਮੰਨਣਾ ਪਵੇਗਾ। ਜਿੱਥੋਂ ਰੋਕਿਆ ਗਿਆ ਉੱਥੋਂ ਰੁਕਣਾ ਪਵੇਗਾ। ਤਾਂ ਜਦੋਂ ਅਸੀਂ ਇਸ ਤਰੀਕੇ ਨਾਲ ਬਾਣੀ ਨੂੰ ਪੜ੍ਹਾਂਗੇ ਕਿ ਇਹ ਤਾਂ ਵੇ ਆਫ ਥਿੰਕਿੰਗ ਹੈ, ਇਸ ਵਿੱਚੋਂ ਸਿੱਖਣਾ ਸੋਚਣਾ ਕਿਵੇਂ ਹੈ। ਫਿਰ ਅਗਲੀ ਬਾਣੀ ਸੋ ਪੁਰਖ ਸਾਡਾ ਵਿਜ਼ਨ ਹੈ। ਸਾਨੂੰ ਪਰਮਾਤਮਾ ਦੇ ਭੈ ਵਿੱਚ, ਪਰਮਾਤਮਾ ਦੇ ਪਿਆਰ ਵਿੱਚ ਜੀਵਨ ਜਿਉਣਾ ਹੈ। ਹਰ ਵੇਲੇ ਇਸ ਤਰੀਕੇ ਦਾ ਜੀਵਨ ਜਿਉਣਾ ਕਿ ਰੱਬ ਨੂੰ ਕਿਵੇਂ ਚੰਗਾ ਲੱਗੇ, ਰੱਬ ਦੇ ਨਿਯਮ ਵਿੱਚ ਕਿਵੇਂ ਨਿਯਮ ਨੂੰ ਫੋਲੋ ਕਰੇ। 4 ਸ਼ਬਦ ਨੇ ਉਸ ਵਿੱਚ, ਸੋਦਰ ਵਿੱਚ 5 ਸ਼ਬਦ ਨੇ, ਸੋਹਿਲਾ ਵਿੱਚ 4 ਸ਼ਬਦ ਨੇ, ਵਾਹਿਗੁਰੂ ਸੋ ਪੁਰਖ ਵਿੱਚ 4 ਸ਼ਬਦ ਨੇ। ਅਗਲੀ ਬਾਣੀ ਸੋਹਿਲਾ ਕਹਿੰਦੇ ਨੇ ਗੀਤ ਨੂੰ। ਅਸੀਂ ਰੱਬ ਦੇ ਗੁਣਾਂ ਨਾਲ ਇੰਨਾ ਪਿਆਰ ਕਰੀਏ, ਅੰਦਰੋਂ ਝੂਮ ਕੇ ਰੱਬ ਦੇ ਗੁਣਾਂ ਦੀਆਂ ਗੱਲਾਂ ਕਰੀਏ, ਗੁਰੂ ਦੀਆਂ ਸਿੱਖਿਆਵਾਂ ਦੀਆਂ ਗੱਲਾਂ ਕਰੀਏ, ਸਾਡੀ ਜ਼ਿੰਦਗੀ ਗੀਤ ਬਣ ਜਾਵੇ। ਸੋ ਜਪ ਵੇ ਆਫ ਲਾਈਫ, ਸੋਦਰ ਵੇ ਆਫ ਥਿੰਕਿੰਗ, ਸੋ ਪੁਰਖ ਵਿਜ਼ਨ ਆਫ ਲਾਈਫ, ਤੇ ਸੋਹਿਲਾ ਜ਼ਿੰਦਗੀ ਦਾ ਆਨੰਦ, ਖੁਸ਼ੀ। ਗੁਰਬਾਣੀ ਦੀ ਵਿਚਾਰ ਬਹੁਤ ਹੀ ਕਮਾਲ ਹੈ। ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸਾਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604-760-2643, ਤਾਰਨ 604-897-0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚਲਾਂ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਥੈਂਕ ਯੂ ਸਰਵਨ।
ਆਪਾਂ ਬ੍ਰੇਕ ਤੋਂ ਪਹਿਲਾਂ ਵਿਚਾਰ ਰਹੇ ਸੀ ਕਿ ਜੇ ਅਸੀਂ ਥੋੜ੍ਹਾ ਜਿਹਾ ਹੀ ਝਾਤੀ ਮਾਰੀਏ ਅੰਦਰ, ਜਿਹਨੂੰ ਪੰਛੀ ਝਾਤ ਕਹਿੰਦੇ ਨੇ, ਤਾਂ ਇੰਨੀ ਕੁ ਗੱਲ ਸਮਝ ਲਈਏ ਕਿ ਜਪਜੀ ਸਾਹਿਬ ਦੀ ਬਾਣੀ ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਸੋਦਰ ਦੇ 5 ਸ਼ਬਦ ਸੋਚਣ ਦਾ ਤਰੀਕਾ ਹੈ। ਸੋ ਪੁਰਖ ਦੇ 4 ਸ਼ਬਦ ਜ਼ਿੰਦਗੀ ਦਾ ਅਸਲੀ ਮਕਸਦ ਸਮਝਣ ਦਾ ਤਰੀਕਾ ਹੈ। ਸੋਹਿਲਾ ਜ਼ਿੰਦਗੀ ਨੂੰ ਖੁਸ਼ੀਆਂ ਭਰਿਆ ਰੱਬੀ ਆਨੰਦ ਵਾਲਾ ਜ਼ਿੰਦਗੀ ਨੂੰ ਇੱਕ ਗੀਤ ਬਣਾਉਣ ਦਾ ਤਰੀਕਾ ਹੈ। ਤਾਂ ਇਹਦਾ ਮਤਲਬ ਹਰ ਬਾਣੀ ਸਾਨੂੰ ਕੁਛ ਨਾ ਕੁਛ ਸਿਖਾ ਰਹੀ ਹੈ। ਹਰ ਬਾਣੀ ਦੇ ਵਿੱਚ ਕੋਈ ਨਾ ਕੋਈ ਕਨਸੈਪਟ ਹੈ, ਸਿੱਖਣਾ ਚਾਹੀਦਾ ਹੈ। ਨਾਲ ਮੈਂ ਬੇਨਤੀ ਕਰ ਦੇਵਾਂ, ਇੱਕ ਤਾਂ ਜਿਹੜੇ ਵੀ ਗੁਰਬਾਣੀ ਨਾਲ ਪਿਆਰ ਕਰਦੇ ਨੇ ਆਪ ਪਾਠ ਕਰੋ, ਅਰਥਾਂ ਸਮੇਤ ਕਰੋ। ਜਿਹੜੇ ਸ਼ਬਦ ਨਹੀਂ ਸਮਝ ਆ ਰਹੇ ਉਹਦੇ ਅਰਥ ਸਿੱਖੋ, ਅਰਥ ਸਿੱਖਣੇ ਬਹੁਤ ਜ਼ਰੂਰੀ ਨੇ। ਫਿਰ ਗੁਰਬਾਣੀ ਗ੍ਰਾਮਰ ਦੇ ਨੁਕਤੇ ਵੀ ਸਮਝੋ। ਆਪਾਂ ਕੋਸ਼ਿਸ਼ ਕਰਾਂਗੇ ਐਸੇ ਐਪੀਸੋਡ ਦੇ ਵਿੱਚ, ਜਿਹੜਾ ਪਹਿਲਾ ਐਪੀਸੋਡ ਹੁੰਦਾ ਹੈ, ਅੱਗੇ ਜਾ ਕੇ ਆਪਾਂ ਗੁਰਬਾਣੀ ਗ੍ਰਾਮਰ ਦੇ ਨੁਕਤੇ ਵੀ ਬੇਸਿਕ ਜੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਗੁਰਬਾਣੀ ਗ੍ਰਾਮਰ ਸਿੱਖਣੀ ਚਾਹੀਦੀ ਹੈ। ਫਿਰ ਉਸ ਸ਼ਬਦ ਵਿੱਚ ਪੂਰਾ ਕਨਸੈਪਟ ਕਿਵੇਂ ਗੁੰਦਿਆ ਗਿਆ, ਗੁਰੂ ਪਾਤਸ਼ਾਹ ਕਿਵੇਂ ਗੱਲ ਸਮਝਾਉਂਦੇ ਨੇ, ਗੁਰੂ ਪਾਤਸ਼ਾਹ ਦਾ ਗੱਲ ਸਮਝਾਉਣ ਦਾ ਤਰੀਕਾ ਕੀ ਹੈ, ਇਹ ਵੀ ਸਮਝਣਾ ਪਵੇਗਾ। ਫਿਰ ਗੁਰੂ ਪਾਤਸ਼ਾਹ ਕੋਈ ਸ਼ਬਦ ਵਰਤਦੇ ਨੇ, ਉਹ ਸ਼ਬਦਾਂ ਦੀ ਸੀਕ੍ਰੇਟਸ ਨੇ, ਗੁੱਝੇ ਭੇਦ ਨੇ, ਉਹ ਕਿਵੇਂ ਸ਼ਬਦ ਵਰਤਦੇ ਨੇ, ਕਿੱਦਾਂ ਸਮਝਾਉਂਦੇ ਨੇ, ਉਸ ਨੂੰ ਜ਼ਰੂਰ ਸਮਝਣਾ। ਜੇ ਅਸੀਂ ਪੰਛੀ ਝਾਤ ਮਾਰੀਏ, ਉੱਪਰੋਂ ਉੱਪਰੋਂ ਦੇਖੀਏ, ਤੇ ਹਰ ਬਾਣੀ ਦਾ ਕੋਈ ਨਾ ਕੋਈ ਕਨਸੈਪਟ ਹੈ। ਹੁਣ ਬਾਣੀ ਹੈ, ਅੱਗੇ ਜਦੋਂ ਸ੍ਰੀ ਰਾਗ ਸ਼ੁਰੂ ਹੋ ਜਾਂਦਾ ਹੈ, ਉੱਥੋਂ ਬਾਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਾਣੀ ਹੈ ਪਹਿਰੇ, ਦਿਨ ਦੇ 4 ਪਹਿਰ ਨੇ, ਰਾਤ ਦੇ 4 ਪਹਿਰ ਨੇ। ਜ਼ਿੰਦਗੀ ਦੇ ਵੀ 4 ਹਿੱਸੇ ਨੇ। ਮਾਤਾ ਦੇ ਗਰਭ ਵਿੱਚ ਨਿਕਲ ਗਿਆ, ਬਚਪਨ ਦਾ ਹਿੱਸਾ ਹੈ, ਜਵਾਨੀ ਹੈ, ਬੁਢੇਪਾ ਹੈ। ਤਾਂ ਜਦੋਂ ਕਿਤੇ ਦਿਨ ਤੇ ਰਾਤ ਦੇ ਪਹਿਰਾਂ ਦੇ ਨਾਮ ਤੇ ਸਾਖੀ ਦਿੱਤੀ, ਵਾਹਿਗੁਰੂ ਬਾਣੀ ਦਿੱਤੀ, ਤਾਂ ਸਾਡੀ ਜ਼ਿੰਦਗੀ ਦੇ ਹਿੱਸੇ ਬਣਾ ਕੇ ਸਮਝਾ ਦਿੱਤਾ। ਕਰਹਲੇ ਨਾਮ ਦੀ ਬਾਣੀ ਹੈ। ਮਿਡਲ ਈਸਟ ਦੇ ਵਿੱਚ, ਅਰਬ ਕੰਟਰੀਜ਼ ਦੇ ਵਿੱਚ ਉੱਠਾਂ ਦੇ ਵੱਡੇ ਵੱਡੇ ਕਾਫਲੇ ਜਾਂਦੇ ਹੁੰਦੇ ਸੀ, ਕਈ ਸਾਲਾਂ ਬਾਅਦ ਵਾਪਸ ਆਉਂਦੇ ਹੁੰਦੇ ਸੀ। ਉੱਠਾਂ ਦੇ ਕਾਫਲੇ ਦੇ ਵਿੱਚ ਕਿਸੇ ਊਠਣੀ ਦੇ ਬੱਚਾ ਹੋਇਆ, ਉੱਠ ਦਾ ਬੱਚਾ, ਉਹਨੂੰ ਕਰਹਲਾ ਕਹਿੰਦੇ ਨੇ। ਪਹਿਲੇ ਦਿਨ ਹੀ ਉੱਠ ਕੇ ਕਾਫਲੇ ਨਾਲ ਤੁਰ ਪੈਂਦਾ, ਉਹਨੂੰ ਪਤਾ ਹੀ ਨਹੀਂ ਕਾਫਲਾ ਜਾ ਕਿੱਧਰ ਨੂੰ ਰਿਹਾ। ਬਾਕੀ ਸਾਰਿਆਂ ਦੇ ਲਗਾਮ ਹੈ, ਉਸ ਉੱਠ ਦੇ ਬੱਚੇ ਦੇ ਲਗਾਮ ਕੋਈ ਨਹੀਂ। ਇਸੇ ਤਰ੍ਹਾਂ ਸਾਡਾ ਮਨ ਹੈ, ਮਨ ਵੀ ਉੱਠ ਦੇ ਬੱਚੇ ਵਾਂਗ ਹੈ। ਜਦੋਂ ਇਹਨੂੰ ਸੁਰਤ ਸੰਭਲਦੀ ਹੈ, ਲੋਕਾਂ ਦੇ ਨਾਲ ਤੁਰ ਪਿਆ ਹੈ। ਜਿਸ ਤਰ੍ਹਾਂ ਲੋਕ ਕਰਦੇ ਨੇ, ਉਹ ਕਰੀ ਜਾ ਰਿਹਾ। ਇਹਨੂੰ ਪਤਾ ਹੀ ਨਹੀਂ ਸਮਾਜ ਕਿੱਧਰ ਨੂੰ ਜਾ ਰਿਹਾ, ਦੁਨੀਆ ਕਿੱਧਰ ਨੂੰ ਜਾ ਰਹੀ ਹੈ। ਅੱਜ ਤੇ ਇੱਥੋਂ ਤੱਕ ਹੋ ਗਿਆ ਕਿ ਸਾਡਾ ਬੱਚਾ ਦੂਸਰੇ ਬੱਚਿਆਂ ਦੀ ਰੀਸ ਕਰਦਾ, ਪਤਾ ਹੀ ਨਹੀਂ ਕਿੱਧਰ ਨੂੰ ਜਾ ਰਹੀ ਹੈ ਕਹਾਣੀ। ਇਸ ਲਈ ਉਹ ਕਰਹਲੇ ਨਾਮ ਦੀ ਬਾਣੀ ਵਿੱਚੋਂ ਸਿੱਖਣ ਦੀ ਲੋੜ ਹੈ। ਫਿਰ ਬਣਜ਼ਾਰਾ ਨਾਮ ਦੀ ਬਾਣੀ ਹੈ। ਬਣਜ਼ਾਰਾ ਬਣਜ਼ ਕਰਨ ਵਾਲਾ। ਬਣਜ਼ ਕਰਨ ਵਾਲੇ ਦੀ ਸਭ ਤੋਂ ਪਹਿਲੀ ਖਾਸੀਅਤ ਇਹ ਹੈ ਕਿ ਉਹ ਕਿਤੋਂ ਸਮਾਨ ਖਰੀਦਦਾ ਹੈ, ਉਹਨੂੰ ਗਠੜੀ 'ਚ ਬੰਨ੍ਹਦਾ ਹੈ, ਸੰਭਾਲ ਕੇ ਰੱਖਦਾ ਹੈ। ਉਹ ਗਠੜੀ ਨੂੰ ਰੱਖਣ ਲੱਗਿਆਂ, ਚੁੱਕਣ ਲੱਗਿਆਂ, ਬੰਨ੍ਹਣ ਲੱਗਿਆਂ, ਖੋਲ੍ਹਣ ਲੱਗਿਆਂ ਬੜਾ ਸੰਭਾਲ ਕੇ ਰੱਖਣਾ ਪੈਂਦਾ। ਪੁਰਾਤਨ ਸਮਿਆਂ ਵਿੱਚ ਇੱਕ ਬਣਜ਼ਾਰਾ ਹੁੰਦਾ ਸੀ, ਕੱਚ ਦੀਆਂ ਵੰਗਾਂ ਵਾਲਾ। ਛੋਟੀ ਜੀ ਇੱਕ ਸਟੋਰੀ ਆਮ ਸੁਣਾਉਂਦੇ ਨੇ, ਉਹਦੇ 'ਚ ਸਿੱਖਣ ਦੀ ਬੜੀ ਰਮਜ਼ ਹੈ। ਕਹਿੰਦੇ ਕੋਈ ਕੱਚ ਦੀਆਂ ਵੰਗਾਂ ਵਾਲਾ ਗਠੜੀ ਲੈ ਕੇ ਬੈਠਾ ਏ, ਬਜ਼ੁਰਗ ਵੰਗਾਂ ਵੇਚਣ ਵਾਸਤੇ। ਇੱਕ ਨੌਜਵਾਨ ਚੰਚਲਾ ਜਿਹਾ, ਉਹਦੇ ਹੱਥ ਵਿੱਚ ਸੋਟੀ ਹੈ, ਆਇਆ, ਲੰਘਿਆ ਕੋਲ ਦੀ, ਸੋਟੀ ਮਾਰ ਕੇ ਕਹਿੰਦਾ, ਬਾਬਾ ਇਸ ਗਠੜੀ 'ਚ ਕੀ ਹੈ? ਉਹ ਕਹਿੰਦਾ, ਪੁੱਤਰਾ ਇੱਕ ਹੋਰ ਮਾਰ, ਕੁਛ ਵੀ ਨਹੀਂ, ਕਿਉਂਕਿ ਸੋਟੀ ਤੇ ਮਾਰੇ ਤੇ ਟੁੱਟ ਗਈਆਂ। ਇਸੇ ਤਰ੍ਹਾਂ ਰੱਬ ਨੇ ਸਾਨੂੰ ਗੁਣ ਦਿੱਤੇ ਹੋਏ ਨੇ, ਰੱਬ ਨੇ ਸਾਨੂੰ ਸੋਝੀ ਦਿੱਤੀ ਹੋਈ ਹੈ। ਗੁਰੂ ਪਾਤਸ਼ਾਹ ਤੋਂ ਅਸੀਂ ਸਿੱਖਿਆਵਾਂ ਲੈਂਦੇ ਹਾਂ, ਗੁਰੂ ਪਾਤਸ਼ਾਹ ਤੋਂ ਸੋਝੀ ਲੈਂਦੇ ਹਾਂ। ਇਹਨੂੰ ਮੱਤ ਰੂਪੀ ਗਠੜੀ 'ਚ ਸੰਭਾਲ ਕੇ ਰੱਖਣਾ। ਤੇ ਫਿਰ ਉਹ ਬਣਜ਼ਾਰਾ ਗਾਹਕ ਲੱਭਦਾ ਹੈ। ਕਦੀ ਕਦੀ ਪਿੰਡਾਂ ਵਿੱਚ ਫਿਰਦਾ, ਸਾਰਾ ਦਿਨ ਕੋਈ ਗਾਹਕ ਨਹੀਂ ਲੱਭਦਾ। ਤੇ ਜਦੋਂ ਗਾਹਕ ਲੱਭਦਾ, ਉਹਨੂੰ ਵੇਚਦਾ ਹੈ ਤੇ ਉਹਦਾ ਫਾਇਦਾ ਮਿਲਦਾ ਹੈ। ਅਸੀਂ ਰੱਬ ਦੇ ਗੁਣਾਂ ਨੂੰ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਜਿਉਣਾ ਹੈ, ਪ੍ਰੈਕਟੀਕਲ ਆਦਤਾਂ ਦੀ ਗਠੜੀ ਵਿੱਚ ਰੱਖਣਾ ਹੈ, ਭਾਵ ਸਾਡੀਆਂ ਆਦਤਾਂ ਪਰਪੱਕ ਹੋ ਜਾਣ। ਫਿਰ ਅਸੀਂ ਹੋਰਨਾਂ ਨੂੰ ਵੰਡਣਾ ਹੈ।
ਕੌਣ ਸਿੱਖਣਾ ਚਾਹੁੰਦਾ ਉਹਨੂੰ ਸਿਖਾਉਣਾ ਹੈ, ਕੌਣ ਲੋੜਵੰਦ ਹੈ ਉਸ ਨੂੰ ਵੰਡਣਾ ਹੈ। ਵਣਜ਼ਾਰਾ ਨਾਮ ਦੀ ਬਾਣੀ। ਘੋੜੀਆਂ ਨੇ ਸਾਡੇ ਅੰਦਰ, ਸੋਚਾਂ ਦੌੜਦੀਆਂ ਨੇ, ਕੋਈ ਸੋਚ ਕਿੱਧਰ ਨੂੰ, ਕੋਈ ਸੋਚ ਕਿੱਧਰ ਨੂੰ। ਮਤ ਵੀ ਇੱਕ ਘੋੜੀ ਹੈ। ਫਿਰ ਸੁਖਮਨੀ ਸਾਹਿਬ ਦੀ ਬਾਣੀ ਹੈ, ਐ ਮਨਾ ਆ ਸੋਖੀ ਸੁਖ ਮਨ ਈ। ਉਹਦੇ 'ਚ ਬੜੀਆਂ ਸਿੱਖਿਆਵਾਂ ਨੇ। ਨਿੰਦਾ ਕਰਨ ਤੋਂ ਰੋਕਿਆ ਗਿਆ, ਲੋਕ ਲਾਜ ਤੋਂ ਰੋਕਿਆ ਗਿਆ, ਹੰਕਾਰ ਕਰਨ ਤੋਂ ਰੋਕਿਆ ਗਿਆ, ਧੜੇਬੰਦੀਆਂ ਤੋਂ ਰੋਕਿਆ ਗਿਆ, ਇੰਫੀਰੀਅਰਿਟੀ ਕੰਪਲੈਕਸ ਤੋਂ ਰੋਕਿਆ ਗਿਆ। ਰੱਬ ਤੇ ਟੇਕ ਰੱਖ ਕੇ ਬੰਦਿਆਂ ਦੀ ਟੇਕ ਛੱਡਣ ਦੀ ਗੱਲ ਕਹੀ ਗਈ ਹੈ। 13ਵੀਂ ਅਸ਼ਟਪਦੀ, ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਅਗਰ ਉਹ ਗੁਰੂ ਸੁਖਮਨੀ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਸੀਂ ਮੰਨਾਂਗੇ ਤਾਂ ਅੰਦਰੋਂ ਸੁਖੀ ਹੋਵਾਂਗੇ। ਇਹ ਗੱਲ ਵੱਖਰੀ ਹੈ। ਕਈ ਵਾਰੀ ਅਨਪੜ੍ਹਤਾ ਦੇ ਤਰੀਕੇ ਨਾਲ ਜਾਂ ਕਿਸੇ ਤੋਂ ਸੁਣੀਆਂ ਸੁਣਾਈਆਂ ਸਾਨੂੰ ਧਰਮ ਇਸ ਤਰੀਕੇ ਨਾਲ ਸਿਖਾ ਦਿੱਤਾ ਗਿਆ ਜਿਵੇਂ ਜੋਗੀ ਧਰਮ ਨਿਭਾਉਂਦੇ ਨੇ। ਕਈ ਵਾਰੀ ਹਿੰਦੂਇਜ਼ਮ ਦੀਆਂ ਵਿਚਾਰਾਂ ਅਨੁਸਾਰ ਹੀ ਸਾਨੂੰ ਸਿੱਖ ਧਰਮ ਸਮਝਾ ਦਿੱਤਾ ਗਿਆ। ਹਿੰਦੂਇਜ਼ਮ ਹਿੰਦੂ ਵੀਰਾਂ ਨੂੰ ਮੁਬਾਰਕ ਹੈ, ਇਸਲਾਮ ਇਸਲਾਮਿਕ ਵੀਰਾਂ ਨੂੰ ਮੁਬਾਰਕ ਹੈ, ਪਰ ਸਿੱਖ ਧਰਮ ਇੱਕ ਵੱਖਰਾ ਧਰਮ ਹੈ। ਇਹ ਹੈ ਜ਼ਿੰਦਗੀ ਜਿਉਣੀ ਕਿਵੇਂ ਹੈ। ਕਈ ਵਾਰੀ ਇੱਥੋਂ ਤੱਕ ਵੀ ਕਹਿ ਦਿੱਤਾ ਜਾਂਦਾ ਹੈ, ਆਹ ਬਾਣੀ ਪੜ੍ਹ ਲਓ, ਪਾਣੀ ਰੱਖ ਲਓ, ਪਾਣੀ ਦਾ ਛਿੱਟਾ ਦੇ ਦਿਓ, ਆਹ ਹੋ ਜਾਏਗਾ। ਇਹ ਸਾਰਾ ਕੁਝ ਮਿਸਗਾਈਡਡ ਹੈ, ਮਿਸਗਾਈਡ ਕੀਤਾ ਜਾਂਦਾ। ਈਵਨ ਦੋ ਕਿ ਇਹ ਵੀ ਕਹਿਣਾ ਨਹੀਂ ਬਣਦਾ ਕਿ ਆਹ ਬਾਣੀ ਪੜ੍ਹ ਤੈਨੂੰ ਦੁੱਖ ਨਹੀਂ ਆਉਣਗੇ। ਗੁਰੂ ਸਾਹਿਬਾਨਾਂ ਤੇ ਦੁੱਖ ਨਹੀਂ ਆਏ, ਸਗੋਂ ਗੁਰਬਾਣੀ ਤਾਂ ਇਹ ਗਰੰਟੀ ਦਿੰਦੀ ਹੈ ਤੈਨੂੰ ਦੁੱਖ ਲੱਗੇਗਾ ਨਹੀਂ। ਦੁੱਖਾਂ ਨੂੰ ਜਿਉਣਾ ਸਿਖਾਇਆ ਗਿਆ। ਹਰ ਬਾਣੀ ਦੇ ਅੰਦਰ ਇੱਕ ਕਨਸੈਪਟ ਹੈ ਪੂਰਾ, ਉਸ ਨੂੰ ਸਮਝਣ ਦਾ ਲੋੜ ਹੈ। ਆਨੰਦ ਸਾਹਿਬ ਦੀ ਬਾਣੀ ਹੈ, ਜ਼ਿੰਦਗੀ 'ਚ ਆਨੰਦ ਕਿਵੇਂ ਬਣੇਗਾ। ਆਨੰਦ ਸਾਹਿਬ ਦੀ ਬਾਣੀ ਦੇ ਅਖੀਰ ਦੇ ਉੱਪਰ ਕੁਝ ਪਦੇ ਨੇ ਜਿਹਦੇ 'ਚ ਕਾਉਂਸਲਿੰਗ ਸਿਖਾਈ ਗਈ ਹੈ। ਆਪਣੇ ਆਪ ਨਾਲ ਗੱਲਾਂ ਕਰਿਆ ਕਰ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਇਹਨਾਂ ਕੰਨਾਂ ਨੂੰ ਪੁੱਛਿਆ ਕਰ, ਇਹ ਸਰਵਣੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ। ਸਾਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਫਿਰ ਆਪਣੀ ਜ਼ੁਬਾਨ ਨੂੰ ਪੁੱਛਿਆ ਕਰ, ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਕਾਉਂਸਲਿੰਗ ਸਿਖਾਈ ਗਈ ਹੈ। ਉਹਨੂੰ ਮੰਨੇਗਾ, ਕੱਚੀ ਤੇ ਸੱਚੀ ਬਾਣੀ ਦਾ ਤੈਨੂੰ ਫਰਕ ਪਤਾ ਲੱਗੇਗਾ, ਤੈਨੂੰ ਸਨਮੁਖ ਤੇ ਬੇਮੁਖ ਦਾ ਪਤਾ ਲੱਗੇਗਾ, ਫਿਰ ਤੇਰੇ ਅੰਦਰ ਆਨੰਦ ਬਣੇਗਾ। ਇਸ ਲਈ ਪੂਰੀ ਬਾਣੀ ਇੱਕ ਕਨਸੈਪਟ ਹੁੰਦੀ ਹੈ, ਪੂਰਾ ਸ਼ਬਦ ਇੱਕ ਕਨਸੈਪਟ ਹੁੰਦਾ ਹੈ। ਉਸ ਨੂੰ ਸਮਝਣਾ ਹੈ। ਸਮਝਣ ਵਾਸਤੇ ਗੁਰਬਾਣੀ ਗ੍ਰਾਮਰ ਦੀ ਲੋੜ ਹੈ। ਸਮਝਣ ਵਾਸਤੇ ਸ਼ਬਦਾਂ ਦੇ ਸੀਕ੍ਰੇਟਸ ਨੂੰ ਸਮਝਣ ਦੀ ਲੋੜ ਹੈ। ਅਗਲੇ ਮਹੀਨੇ ਪਹਿਲੇ ਐਪੀਸੋਡ ਵਿੱਚ ਕੁਝ ਉਹ ਨੁਕਤੇ ਜਿਹੜੇ ਗੁਰਬਾਣੀ ਸਮਝਣ ਦੇ ਲਈ ਤੁਹਾਨੂੰ ਸੌਖੇ ਹੋਣਗੇ, ਕੁਝ ਕੁ ਨੁਕਤੇ ਗੁਰਬਾਣੀ ਗ੍ਰਾਮਰ ਦੇ ਤੁਹਾਡੇ ਨਾਲ ਵਿਚਾਰੇ ਜਾਣਗੇ, ਕੁਝ ਕੁ ਉਹ ਨਵੇਕਲੇ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਸੰਦਰਭ ਵਿੱਚ ਕਹੇ ਜਾਂਦੇ ਨੇ, ਤੇ ਕਿਵੇਂ ਛੋਟੀਆਂ-ਛੋਟੀਆਂ ਸਿੱਖਿਆਵਾਂ ਦੇ ਕੇ ਸਾਡੇ ਜੀਵਨ ਨੂੰ ਗੁਰੂ ਪਾਤਸ਼ਾਹ ਏਕਤਾ ਇਤਫਾਕ ਵਾਲਾ, ਸ਼ਾਂਤੀ ਵਾਲਾ, ਆਨੰਦ ਵਾਲਾ, ਜੂਝਣ ਵਾਲਾ, ਸੰਘਰਸ਼ਸ਼ੀਲ ਜੀਵਨ ਦੇਣਾ ਚਾਹੁੰਦੇ ਨੇ। ਕਿੱਦਾਂ ਸਾਡੀ ਸੋਚ ਤੇ ਸੁਭਾਅ ਨੂੰ ਘੜ ਕੇ ਗੁਰੂ ਪਾਤਸ਼ਾਹ ਸਾਡੀ ਜ਼ਿੰਦਗੀ 'ਚ ਆਨੰਦ ਹੀ ਆਨੰਦ ਭਰਨਾ ਚਾਹੁੰਦੇ ਨੇ। ਐਸੇ ਕੁਝ ਨੁਕਤੇ ਅਗਲੇ ਮਹੀਨੇ ਪਹਿਲੇ ਐਪੀਸੋਡ ਵਿੱਚ ਆਪਾਂ ਵਿਚਾਰਾਂਗੇ। ਹਰ ਮਹੀਨੇ ਦਾ ਪਹਿਲਾ ਐਪੀਸੋਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰਾਂ ਦੀ ਝਲਕ ਇਸ ਐਪੀਸੋਡ ਵਿੱਚ ਹੁੰਦੀ ਹੈ। ਤੁਸੀਂ ਹੋਰਨਾਂ ਨੂੰ ਪ੍ਰੇਰਿਤ ਕਰਦੇ ਹੋ, ਪ੍ਰੇਰਿਤ ਕਰਦੇ ਰਹੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ।
ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, ਐਸਯੂਵੀ ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਆਪਾਂ ਸੁਣ ਰਹੇ ਸੀ ਗਿਆਨੀ ਰਾਮ ਸਿੰਘ ਜੀ ਚੱਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਹੁਤ ਹੀ ਕੀਮਤੀ ਵਿਚਾਰ। ਅੱਜ ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਗਿਆਨੀ ਰਾਮ ਸਿੰਘ ਜੀ ਚੱਲਾਂ ਜੀ ਦਾ ਤਰੀਕਾ ਸਭ ਤੋਂ ਵਿਲੱਖਣ ਅਤੇ ਨਿਰਾਲਾ ਹੈ। ਇਹ ਹਮੇਸ਼ਾ ਸਮੇਂ ਦੇ ਹਾਣੀ ਬਣ ਕੇ ਅਜੋਕੇ ਯੁੱਗ ਦੇ ਪਰਿਵਾਰਿਕ ਅਤੇ ਸਮਾਜਿਕ ਹਾਲਾਤਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਅਤੇ ਸਮੱਸਿਆਵਾਂ ਬਾਰੇ ਬਾਖੂਬ ਚਾਨਣਾ ਪਾਉਂਦੇ ਹਨ। ਇਹਨਾਂ ਦੇ ਵਿਚਾਰਾਂ ਵਿੱਚ ਮੈਸੇਜ ਵੀ ਹੁੰਦੇ ਹਨ ਅਤੇ ਹਲੋਣੇ ਅਤੇ ਪ੍ਰੇਰਨਾਵਾਂ ਵੀ ਹੁੰਦੀਆਂ ਨੇ। ਆਓ ਹੁਣ ਆਪਾਂ ਮਨਚਾਹਤ ਕੌਰ ਜੀ ਤੋਂ ਵਿਚਾਰ ਸੁਣਦੇ ਹਾਂ। Vaheguru Ji Ka Khalsa, Vaheguru Ji Ki Fateh. My name is Manchahat Kaur, and today I will be talking about the big secret of dealing with people. Making everyone feel important is the big secret of dealing with people. The best approach to make someone feel important is to show interest in them. Ask questions that allow you to be genuinely interested when you're sitting with a friend or conversing with someone at a social gathering. Nobody wants to be disliked, but the majority of individuals continue to do things that cause others to dislike them. This chapter has discussed a wide number of ways that individuals can use to attract other people in this section. The first strategy for making someone likable is to demonstrate genuine interest in other people. When a person wants other people to like them, they must demonstrate a genuine concern and interest in them. A dog as an example, claiming that it is the only animal that humans feed without doing anything. A dog's primary function is to bring company to its owner. Keep this principle in mind if you want others to like you. If you want to build meaningful connections, if you want to help others while helping yourself. While some people are just interested in receiving help from others, it is clear that the only way to win people's heart is to help them in any situation. The ability to listen is important. If someone wants to be loved, they must listen to others and encourage them to share about themselves. At any point throughout a conversation, one must keep in mind that the opponent is far more concerned with himself or herself than anything else. As a result, the best method to enter their hearts is to listen to them. On the other hand, it is quite difficult to be loved if a person attempts to control a conversation without demonstrating any interest in listening to the other person. The people you're talking to are 100 times more interested in themselves and their wants and issues than they are in you and your problems. Focusing on the importance of learning to listen to others. Making statements that promote the interests of others is a certain approach to spark people's interest. Finally, everyone
wants to feel important. It is impossible to be attracted to someone who has been less worthy. A genuine attempt to make others feel critical is likely to result in the development of a good connection. Vaheguru Ji Ka Khalsa, Vaheguru Ji Ki Fateh. ਵਾਹ ਮਨਚਾਹਤ ਕੌਰ ਜੀ। ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਗਿਆਨੀ ਰਾਮ ਸਿੰਘ ਜੀ ਚੱਲਾ ਵੱਲੋਂ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਚਲਾਈ ਜਾ ਰਹੀ ਹੈ। ਜਿਹੜੇ ਵੀ ਬੱਚੇ ਘਰ ਬੈਠੇ ਮਾਂ ਬੋਲੀ ਪੰਜਾਬੀ ਸਿੱਖਣੀ ਚਾਹੁੰਦੇ ਹਨ ਅਤੇ ਗੁਰੂ ਵਿਰਸੇ ਦਾ ਗਿਆਨ ਪ੍ਰਾਪਤ ਕਰਨ ਲਈ ਕਲਾਸਾਂ ਲਾਉਣੀਆਂ ਚਾਹੁੰਦੇ ਹਨ, ਉਹ ਸਾਡੀ ਵੈਬਸਾਈਟ gurgyan.com ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਕਲਾਸਾਂ ਹਰ ਇੱਕ ਸ਼ੁੱਕਰਵਾਰ ਨੂੰ ਹੁੰਦੀਆਂ ਹਨ। ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗ ਰਿਹਾ ਹੈ ਉਹ ਸਾਨੂੰ ਸਹਿਯੋਗ ਦੇਣ ਲਈ ਆਪਣੇ ਕਾਰੋਬਾਰ ਦੀ ਐਡ ਦੇ ਕੇ ਜ਼ਰੂਰ ਸਪਾਂਸਰ ਕਰਨ। ਐਡ ਦੇਣ ਲਈ ਸੰਪਰਕ ਕਰੋ 6395904464 639 590 4464। ਆਓ ਹੁਣ ਆਪਾਂ ਬਹੁਤ ਹੀ ਛੋਟੇ ਜਿਹੇ ਬੱਚੇ ਜਪ ਸਾਹਿਬ ਸਿੰਘ ਜੀ ਕੋਲੋਂ ਭਾਈ ਗੋਪਾਲਾ ਜੀ ਦੀ ਸਾਖੀ ਸੁਣਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਪ ਸਾਹਿਬ ਸਿੰਘ। ਅੱਜ ਮੈਂ ਤੁਹਾਨੂੰ ਭਾਈ ਗੋਪਾਲਾ ਜੀ ਵਾਲੀ ਸਾਖੀ ਸੁਣਾਊਂਗਾ। ਗੁਰੂ ਹਰਗੋਬਿੰਦ ਜੀ ਸੰਗਤਾਂ ਦੇ ਵਿੱਚ ਬੈਠੇ ਹੁੰਦੇ ਆ। ਉਹ ਕਹਿੰਦੇ ਕੌਣ ਤੁਹਾਨੂੰ ਗੁਰਸਿੱਖ ਸ਼ੁੱਧ ਪਾਠ ਸੁਣਾਊਗਾ ਜਪਜੀ ਸਾਹਿਬ ਦਾ। ਗੋਪਾਲਾ ਜੀ ਕਹਿੰਦੇ ਮੈਂ ਸੁਣਾਊਂਗਾ ਸ਼ੁੱਧ ਪਾਠ ਜਪਜੀ ਸਾਹਿਬ ਦਾ। ਉਹਨਾਂ ਗੋਪਾਲਾ ਜੀ ਨੂੰ ਉੱਚੇ ਆਸਣ ਤੇ ਬਿਠਾ ਕੇ ਜਦੋਂ ਪਾਠ ਸ਼ੁਰੂ ਕੀਤਾ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਜਦੋਂ ਪਾਠ ਖਤਮ ਹੋਣ ਲੱਗਾ, ਗੁਰੂ ਸਾਹਿਬ ਉੱਠਣ ਲੱਗੇ। ਗੁਰੂ ਸਾਹਿਬ ਦੇ ਮਨ 'ਚ ਆ ਗਿਆ ਇਹਨਾਂ ਨੂੰ ਮੈਂ ਗੋਤਾ ਗੱਦੀ ਦੇਣੀ ਸੀ। ਗੋਪਾਲਾ ਜੀ ਦੇ ਮਨ 'ਚ ਆ ਗਿਆ ਇਹਨਾਂ ਨੇ ਤਾਂ ਮੈਨੂੰ ਕੁਛ ਨਹੀਂ ਦੇਣਾ, ਮੈਂ ਤਾਂ ਗੁਰੂ ਸਾਹਿਬ ਦਾ ਸੋਹਣਾ ਘੋੜਾ ਲੈਣਾ ਸੀ। ਗੁਰੂ ਸਾਹਿਬ ਤਾਂ ਸਭ ਦੇ ਦਿਲਾਂ ਦੀਆਂ ਜਾਣਦੇ ਆ। ਗੁਰੂ ਹਰਗੋਬਿੰਦ ਜੀ ਕਹਿੰਦੇ ਅਸੀਂ ਤਾਂ ਤੁਹਾਨੂੰ ਗੋਤਾ ਗੱਦੀ ਦੇਣੀ ਸੀ, ਤੁਸੀਂ ਮੇਰਾ ਸੋਹਣਾ ਘੋੜਾ ਮੰਗ ਲਿਆ। ਚੱਲ ਕੋਈ ਨਹੀਂ, ਅਸੀਂ ਤੁਹਾਨੂੰ ਸੋਹਣਾ ਘੋੜਾ ਦੇ ਦੇਵਾਂਗੇ, ਤੁਹਾਨੂੰ ਜਨਮ ਤੋਂ ਮੁਕਤ ਕਰ ਦੇਵਾਂਗੇ। ਆਪਾਂ ਨੂੰ ਸ਼ੁੱਧ ਪਾਠ ਕਰਨਾ ਚਾਹੀਦਾ ਹੈ ਤੇ ਆਪਾਂ ਨੂੰ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ, ਕਿਆ ਬਾਤ ਹੈ। ਛੋਟੇ ਛੋਟੇ ਬੱਚਿਆਂ ਦੇ ਬੋਲ ਰੱਬੀ ਮਿਠਾਸ ਨਾਲ ਭਰੇ ਹੁੰਦੇ ਹਨ। ਜਦੋਂ ਛੋਟੇ ਛੋਟੇ ਬੱਚੇ ਗੁਰੂ ਵਿਰਸੇ ਨਾਲ ਜੁੜਦੇ ਹਨ ਤਾਂ ਸੱਚੀ ਇੰਝ ਲੱਗਦਾ ਹੈ ਕਿ ਜਿਵੇਂ ਇਹਨਾਂ ਦੇ ਬੋਲਾਂ ਵਿੱਚੋਂ ਫੁੱਲ ਖਿੜਦੇ ਹਨ। ਬਹੁਤ ਹੀ ਪਿਆਰ ਵਿੱਚ ਭਿੱਜ ਕੇ ਭਾਈ ਗੋਪਾਲਾ ਜੀ ਦੀ ਸਾਖੀ ਸੁਣਾ ਰਹੇ ਸਨ ਜਪ ਸਾਹਿਬ ਸਿੰਘ ਜੀ। ਆਓ ਹੁਣ ਆਪਾਂ ਪਰਨੀਤ ਕੌਰ ਜੀ ਤੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਬਾਰੇ ਸੁਣੀਏ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂਸ਼ਨਡ ਹੈ। Vaheguru Ji Ka Khalsa, Vaheguru Ji Ki Fateh. Today I am going to be telling you about Shri Guru Arjan Dev Ji's Shahidi. During Shri Guru Arjan Dev Ji's time, the Sikh community flourished and Amritsar was becoming a strong center for the Sikh people. More and more castes were embracing the path of the Guru and becoming Sikhs, which included Hindus and Muslims. The Muslim priests did not like this and saw Guru Arjan Dev Ji as a threat to the propagation of Islam. As a consequence of this, they made plans against Guru Sahib. Day 1 of torture. Chandu began to torture the Guru. On the first day, Guruji was not given anything to eat or drink. He was kept awake and not allowed to sleep at night. During the day, his body was left in the full exposure of the burning heat of the sun. Guru Sahib remained and did Simran and sang Shabads from Gurbani all day. Day 2 of torture. On the following day, Chandu made the Guru sit in a large copper vessel, which is called a tavi in Punjabi. He filled the copper vessel with water. He ordered his men to light a fire under the copper vessel. The water began to get hot. After a time, the water began to boil. It scalded Guru Sahib's body. But Guruji sat there quietly. Day 3 of torture. On the third day, Chandu ordered his men to make some sand red hot in iron pans. He seated the Guru in burning water. Then he poured the red hot sand over his head and body. Again, nor did Guruji feel any pain or cry out. Day 4 of torture. On the fourth day, Guruji was made to sit on an iron plate. It was heated from below. The iron plate
became red hot with the heat. Guru Sahib still sat calm and quiet. He sat with his mind fixed on Vaheguru and physically living the message of Gurbani and accepting the will of Vaheguru sweetly. Day 5 of torture. On the 5th day, Guru Sahib was taken to the bank of the river. Guru Sahib's physical body was covered with burns and blisters. Guruji was pelted with rocks. One of the rocks hit his forehead, which led to bleeding. Janjir had given strict orders that Guruji should be tortured to death in such a way that his blood should not fall on the ground, which will lead to other matras being born. They threw Guru Sahib Ji in the river. Vaheguru Ji ka Khalsa, Vaheguru Ji ki Fateh. ਵਾਓ, ਅਸੀਂ ਧੰਨਵਾਦੀ ਹਾਂ ਪਰਨੀਤ ਕੌਰ ਜੀ ਦੇ। ਸਾਨੂੰ ਮਾਣ ਹੈ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਗਿਆਨੀ ਰਾਮ ਸਿੰਘ ਜੀ ਚੈਨਲਾਂ ਉੱਤੇ, ਜੋ ਕਿ ਸਿੱਖ ਕੌਮ ਦੀ ਨਵੀਂ ਪੀੜ੍ਹੀ, ਬੱਚੇ ਅਤੇ ਟੀਨਏਜਰਸ ਲਈ ਬਾਕਮਾਲ ਯਤਨ ਕਰ ਰਹੇ ਹਨ। ਅੱਜ ਸਾਰੇ ਮਾਪੇ ਹੈਰਾਨ ਹਨ ਕਿ ਜਿੱਥੇ ਘਰਾਂ ਵਿੱਚ 2-3 ਬੱਚੇ ਵੀ ਕੰਟਰੋਲ ਕਰਨੇ ਔਖੇ ਹੁੰਦੇ ਹਨ, ਉੱਥੇ ਅੰਕਲ ਜੀ ਗਿਆਨੀ ਰਾਮ ਸਿੰਘ ਜੀ ਚੈਨਲਾਂ ਜੀ ਕਲਾਸਾਂ ਅਤੇ ਕੈਂਪਾਂ ਵਿੱਚ 100 ਬੱਚਿਆਂ ਨੂੰ ਕੀਲ ਕੇ ਬਿਠਾ ਲੈਂਦੇ ਹਨ। ਸਾਰੇ ਬੱਚੇ ਉਹਨਾਂ ਦੇ ਟੀਚ ਕਰਨ ਦਾ ਅੰਦਾਜ਼ ਤੋਂ ਬਹੁਤ ਹੀ ਪ੍ਰਭਾਵਿਤ ਹਨ। ਉਹ ਬੱਚਿਆਂ ਦੇ ਹਿਡਨ ਟੈਲੈਂਟ ਨੂੰ ਉਭਾਰਨ ਲਈ ਅਣਥੱਕ ਮਿਹਨਤ ਕਰਦੇ ਹਨ। ਜਿਹੜੇ ਵੀ ਪਰਿਵਾਰ, ਬੱਚੇ ਅਤੇ ਨੌਜਵਾਨ ਸਾਡੇ ਗੁਰਗਿਆਨ ਦਾ ਨਗਾਰਾ ਪ੍ਰੋਗਰਾਮ ਨੂੰ ਬਹੁਤ ਹੀ ਚਾਅ ਨਾਲ ਦੇਖਦੇ ਹਨ, ਅਸੀਂ ਸਾਰਿਆਂ ਦੇ ਧੰਨਵਾਦੀ ਹਾਂ। ਮੈਂ ਧੰਨਵਾਦੀ ਹਾਂ ਸਾਡੇ ਸਾਰੇ ਸਪੀਕਰਸ ਦੀ, ਸਾਡੇ ਦਰਸ਼ਕਾਂ ਦੀ ਅਤੇ ਸਪਾਂਸਰਸ ਦੀ। ਅਗਲੇ ਹਫ਼ਤੇ ਗੁਰਗਿਆਨ ਦਾ ਨਗਾਰਾ ਵਜਾਉਣ ਲਈ ਫੇਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਗੁਰੂ ਫਤਿਹ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸਾਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। JYT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604-760-2643, ਤਾਰਨ 604-897-0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ।